मेरे ख्याल आप आही लैटर की गल कर रहे हैं। थोड़े पेज ते लाइव या वीडियो चल रही है ना, ये लैटर इदां दे 36 लैटर कट दो, 3600 लैटर कट दो, मैनू इन्हां दी परवाह नहीं। कि मनप्रीत ने कहा कि इन्हां लैटरां नाल कोई फर्क नहीं पैंदा। मैं तो अज भी NSU का स्टिकर जेब च लै घूमदा, किसी की हिम्मत है मैं छाती ला के अज तुसीं चले ना आके ला के दिखा देवे। मेरा बल्ली वारिस कोई नहीं है। पॉलिटिक्स च मेरे पिछे किसी लीडर का हत्थ नहीं है। इत्थे मैं एक हिमाचल का लीडर है NSU च, और मेरे नाल बहुत धक्का हो रहा है। ये धक्का तुसी देखण, तुसी मेरे लिए कोई जो पार्टी मेरे नाल धक्का कर रही है, इहदे लई मेरे नाल खड़े पार्टी। मैं हुसैन सुल्तानिया इत्थे दा कोई छात्र नहीं है। इत्थे कोई बहुत 1-2 साल 2 साल 3 साल तो नहीं आ रहा। जिहड़ा इत्थे दा सब कुछ है। किहड़ा बच्चा है जिहड़ा हुसैन सुल्तानिया नूं जाणदा है? 15-20 दिन पहला आके इंडेवरां च घूम के गड्डियां पिछे देतियां एक ग्रुप ने 5-7 ਉਹਦੇ ਚ ਗੇੜੇ ਮਾਰੀ ਜਾਂਦਾ, कभी ਇੱਧਰ ਨੂੰ ਮਾਰੀ ਜਾਂਦਾ, कभी ਉੱਧਰ ਨੂੰ ਮਾਰੀ ਜਾਂਦਾ। ਅੱਧਾ ਇਲੈਕਸ਼ਨ NSU ਹੀ ਉਸੇ ਦਿਨ ਹਾਰ ਗਈ ਸੀ ਜਿੱਦਣ ਇੱਕ ਵੀਕ ਇੰਚਾਰਜ ਨੂੰ ਇੱਥੇ ਚਾਰੇ ਗਰੁੱਪਾਂ ਦਾ ਇੰਚਾਰਜ ਲਾ ਕੇ ਭੇਜਿਆ ਗਿਆ। ਤੁਹਾਡੇ ਹੀ ਚੈਨਲ ਨੇ ਮੇਰੇ ਖਿਆਲ ਉਹਨਾਂ ਦਾ ਕੁਐਸਚਨੇਅਰ ਕੀਤਾ ਸੀਗਾ ਤੇ ਉੱਥੇ ਤੋਂ ਪਤਾ ਲੱਗ ਗਿਆ ਸੀਗਾ ਕਿ ਇਨਹੈਰੈਂਟ ਵੀਕਨੈਸ ਪਾਰਟੀ ਦੇ ਵਿੱਚ ਕੀ ਹੈ। मेरे हिसाब नाल कि NSU का कैंਡੀਡੇਟ ਤਾਂ ਜਿਹੜੇ ਕੈਂਡੀਡੇਟ ਨੂੰ ਪ੍ਰੈਜ਼ੀਡੈਂਟ ਤੋਂ ਸਭ ਤੋਂ ਘੱਟ ਵੋਟਾਂ ਪਈਆਂ ਨੇ ਨਾ, ਉਹਨਾਂ ਨਾਲੋਂ ਵੀ ਜ਼ਿਆਦਾ ਵੀਕ ਸੀ। ਉਸ ਕੈਂਡੀਡੇਟ ਨੂੰ ਜਿਹਨੂੰ ਇਹ ਨਹੀਂ ਪਤਾ ਕਿ ਫਲਾਣਾ ਡਿਪਾਰਟਮੈਂਟ ਕਿੱਥੇ ਹੈ ਤਾਂ ਉਸ ਡਿਪਾਰਟਮੈਂਟ ਦਾ ਸਟੂਡੈਂਟ ਉਹਨੂੰ ਵੋਟ ਕਿਵੇਂ ਪਾ ਦੇਗਾ। ਮੰਨ ਲਿਆ ਨੀਰਜ ਕੁੰਦਰ ਨੈਸ਼ਨਲ ਪ੍ਰਧਾਨ ਹੈ, ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਇੱਕ NSU ਦਾ ਡਿਕਟੇਟਰ ਹੈ। NSU ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਹੈ, ਨਾ ਹੀ ਨੀਰਜ ਕੁੰਦਰ ਦੀ, ਨਾ ਹੀ ਹੁਸੈਨ ਸੁਲਤਾਨੀਆ ਦੀ ਪਰਸਨਲ ਪ੍ਰਾਪਰਟੀ ਹੈ। ਦਾਅਵੇ ਨਾਲ ਕਹਿੰਦਾ ਜੇ ਮੈਂ ਕ੍ਰੋਸ ਵੋਟਿੰਗ ਕਰਾਈ ਹੈ, ਜੇ ਇੱਕ ਵੀ ਪ੍ਰੂਫ ਇਹਨਾਂ ਕੋਲ ਹੈਗਾ कि मैं क्रॉस वोटिंग कराई है तो मैं PU की राजनीति छड्डांगा। जे नहीं इन्हां कोल प्रूफ है, मैं कहता हुसैन सुल्तानिया, नीरज कुंदन वो इस्तीफा देण। ਤੁਹਾਡੇ ਹੀ ਚੈਨਲ ਤੇ ਇੰਟਰਵਿਊ ਦੇ ਕੇ ਸ਼ਾਇਦ ਸਾਡੇ ਇੰਚਾਰਜ ਨੇ ਕਿਹਾ ਸੀ ਕਿ ਕੋਈ ਗਰੁੱਪਿਜ਼ਮ ਨਹੀਂ, ਸਾਰੀ ਪਾਰਟੀ ਇਕੱਠੀ ਹੈ। ਤਾਂ ਲੈਣ ਹੁਣ ਬਲੇਮ ਸਸਪੈਂਡ ਇੰਚਾਰਜ ਨੂੰ ਹੋਣਾ ਚਾਹੀਦਾ। ਰਹਿ ਗਈ 75-25 ਦੀ ਗੱਲ। ਚਾਰੇ ਜਾਣੇ ਉਦੋਂ ਇਕੱਠੇ ਮੰਨੇ ਜਾਂਦੇ ਜਦੋਂ ਚਾਰੀਆਂ ਚੀਜ਼ਾਂ ਇਕੱਠੀਆਂ ਹੋਣ। ਜਦੋਂ ਤੁਸੀਂ ਇੱਕ ਕੈਂਡੀਡੇਟ ਨੂੰ ਬਿਨਾਂ ਕਿਸੇ ਪੁੱਛੇ ਅਨਾਉਂਸ ਕਰਤਾ ਤਾਂ ਉਹ ਤਾਂ ਤੁਸੀਂ ਆਪਣੇ ਆਪ ਹੀ ਗਰੁੱਪਿਜ਼ਮ ਦਿਖਾਤਾ। ਤੁਹਾਡੇ ਸਾਰੀਆਂ ਗੱਲਾਂ ਤੁਹਾਡੀਆਂ ਮੁਰਗੇ ਵਾਲੀਆਂ, ਲੇਕਿਨ ਫਿਰ ਤੁਸੀਂ ਤੜੀ ਰੱਖਣੀ ਹੈ ਬਾਜਾਂ ਵਾਲੀ। ਇਹਦੇ ਨਾਲ ਤਾਂ ਕੰਮ ਨਹੀਂ ਹੋਣੇ। ਜੀ ਦੱਸੋ ਕਿ ਪੰਜਾਬ ਯੂਨੀਵਰਸਿਟੀ ਦਾ 18-20 ਹਜ਼ਾਰ ਸਟੂਡੈਂਟ ਹੈ ਜਿਹੜਾ ਉਹ ਮੂਰਖ ਹੈ? ਉਹ ਸਾਰੇ ਪੜ੍ਹੇ ਲਿਖੇ ਹੈ ਇੱਥੇ। ਉਹ ਇੱਕ ਐਸੇ ਬੰਦੇ ਨੂੰ ਕਿਉਂ ਵੋਟ ਪਾਊਗਾ ਕਿ ਜਿਹਦੀ ਐਡਮਿਸ਼ਨ 6 ਦਿਨ ਪਹਿਲਾਂ ਹੋਈ ਹੈ ਤੇ ਉਹਨੇ ਅੱਜ ਤੱਕ ਇੱਕ ਸਿੰਗਲ ਪ੍ਰਦਰਸ਼ਨ ਨਹੀਂ ਕਰਿਆ, 1% ਸੰਘਰਸ਼ ਨਹੀਂ ਕਰਿਆ ਛਾਤਰ ਰਾਜਨੀਤੀ ਲਈ ਜਾਂ ਛਾਤਰਾਂ ਦੇ ਹੱਕਾਂ ਲਈ। ਇਹ ਉਹੀ ਇੰਚਾਰਜ ਨੇ ਜਿਹੜੇ ਯੂਨੀਵਰਸਿਟੀ 'ਚ ਸਾਨੂੰ ਦਿਨ ਦੇ 10-10 20-20 ਫੋਨ ਲਾਉਂਦੇ ਹੁੰਦੇ ਸੀ, ਕਿੱਥੇ ਹੋ, ਕੀ ਚੱਲ ਰਿਹਾ ਹੈ, ਤੁਹਾਡੇ ਸਿਰ ਤੇ ਹੀ NSU ਹੈ, ਤੁਹਾਡੇ ਬਿਨਾਂ NSU ਕੁਛ ਨਹੀਂ। ਅੱਜ ਉਹੀ ਇੰਚਾਰਜ ਹੈ ਜਿਹੜਾ 18 ਤਰੀਕ ਤੋਂ ਬਾਅਦ ਸਾਨੂੰ ਸਸਪੈਂਡ ਦੇ ਲੈਟਰ ਕੱਢ ਕੇ ਸਾਨੂੰ ਫੋਨ ਨਹੀਂ ਚੱਕ ਰਿਹਾ। 2019 ਦੇ ਵਿੱਚ ਮੈਂ ਲੜਿਆ ਸੀ ਜੁਆਇੰਟ ਸੈਕਟਰੀ ਦੀ ਪੋਸਟ ਤੇ NSU ਪਾਰਟੀ ਵੱਲੋਂ, ਸੋ ਕਾਲਡ NSU ਪਾਰਟੀ ਵੱਲੋਂ, ਨਾਟ ਕੱਟਡ NSU ਪਾਰਟੀ ਵੱਲੋਂ। ਠੀਕ ਹੈ ਜੀ, 3796 ਵੋਟਾਂ ਪੋਲ ਹੋਈਆਂ ਸੀਗੀਆਂ 2019। ਚਲੋ ਮੈਂ ਮੰਨਦਾ ਪ੍ਰਧਾਨ ਸੀਗਾ ਲੱਗਿਆ, ਇਹਨਾਂ ਨੂੰ ਇੰਨੀ ਵੋਟ ਨਹੀਂ ਪੋਲ ਹੋਈ ਹੋਣੀ। ਇਹਨਾਂ ਦਾ 2019 ਦਾ ਪ੍ਰਧਾਨ, 2022 ਦਾ ਪ੍ਰਧਾਨ, ਦੋਨਾਂ ਦੀਆਂ ਵੋਟਾਂ ਇਕੱਠੀਆਂ ਕਰ ਲਓ, ਮੈਨੂੰ ਲੱਗਦਾ ਇੱਥੇ ਵੀ ਇਹ ਸਾਡੇ ਤੋਂ ਥੱਲੇ ਹੀ ਰਹਿ ਜਾਣਗੇ। ਮੈਂ ਪ੍ਰਧਾਨ ਦੀ ਵੋਟ ਨਹੀਂ ਮੰਗੀ, ਨਾ ਮੈਂ ਮੰਗਾ। 8 ਕੈਂਡੀਡੇਟ ਸੀਗੇ ਜਿਨ੍ਹਾਂ ਦੀ ਨੋਮੀਨੇਸ਼ਨ ਪ੍ਰਧਾਨ ਲਈ ਭਰਾ ਰੱਖੀ ਸੀਗੀ ਤੇ 8 ਚੋਂ ਜਿਹੜੇ 7 ਪ੍ਰੋਮੀਨੈਂਟ ਫੇਸ ਸੀ ਪਿਛਲੇ ਸਾਲ ਡੇਢ ਸਾਲ ਤੋਂ ਯੂਨੀਵਰਸਿਟੀ 'ਚ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਕਿਉਂ ਨਹੀਂ ਲਾਇਆ? ਉਹ ਬੰਦੇ ਕੀ ਗੱਲ ਉਹਨਾਂ ਨੂੰ ਸક્ષਮ ਨਹੀਂ ਸਮਝਦੇ ਸੀਗੇ? ਇੱਕ 10 ਦਿਨ ਪਹਿਲਾਂ ਐਡਮਿਸ਼ਨ ਦੇ ਬੰਦੇ ਨੂੰ ਅਗਰ ਤੁਸੀਂ ਪ੍ਰਧਾਨ ਦਾ ਕੈਂਡੀਡੇਟ ਲਾਉਂਦੇ ਹੋ ਤਾਂ ਉਹਦਾ ਆਊਟਕਮ ਤੁਹਾਨੂੰ ਝੱਲਣਾ ਪਏਗਾ। ਅਗਰ ਤੁਹਾਨੂੰ ਲੱਗਦਾ ਕਿ 1300-1400 ਵੋਟ ਨਾਲ NSU ਇਲੈਕਸ਼ਨ ਹਾਰੀ ਤੇ ਉਹ ਆਪਾਂ 9 ਬੰਦੇ 1300-1400 ਵੋਟ ਜਿਹੜੀ ਸੀਗੀ ਸਾਰੇ ਦੀ ਸਾਰੀ ਐਂਟੀ ਕਰਾ ਗਏ, ਤਾਂ ਅਗਲੀ ਵਾਰ ਯਾਰ ਆਪਾਂ ਹੀ ਅਲੱਗ ਪਾਰਟੀ ਬਣਾ ਕੇ ਇਲੈਕਸ਼ਨ ਲੜਾ ਦਿੰਨੇ ਆ। ਕਿਵੇਂ ਕੋਈ ਵੋਟ ਪਵਾ ਦੇਵੇ? ਅੱਜ ਉਸੇ ਕੈਂਡੀਡੇਟ ਨੂੰ ਖੜਾ ਕੇ ਦੁਬਾਰਾ ਇਲੈਕਸ਼ਨ ਕਰਾ ਲਓ, ਕਿਸੇ ਵੀ ਕੈਂਡੀਡੇਟ ਨੂੰ ਉਹਦੇ ਸਾਹਮਣੇ ਖੜਾ ਲਓ। ਅਗਰ ਅੱਜ ਦੁਬਾਰਾ ਵੀ ਉਹ ਜਿੱਤ ਗਏ ਤਾਂ ਮੇਰਾ ਨਾਮ ਬਦਲ ਦਿਓ ਤੇ ਫਿਰ NSU ਚੋਂ ਮੈਂ ਆਪ ਅਸਤੀਫਾ ਦੇਵਾਂਗਾ। ਇਹ ਤਾਂ ਵੀ ਸਵਾਲ ਹੈ ਜਿਵੇਂ ਕਿ 2022 'ਚ ਪੰਜਾਬ ਇਲੈਕਸ਼ਨ ਵੀ ਹੋਏ, ਤੁਸੀਂ ਉੱਥੇ ਵੀ ਪੂਰਾ ਐਕਟਿਵ ਦਿਖੇ, ਪਰ ਹੁਣ NSU ਨੇ ਤਾਂ ਸਸਪੈਂਸ਼ਨ ਲੈਟਰ ਜਾਰੀ ਕਰਤਾ, ਤਾਂ ਆਪਣਾ ਅੱਗੇ ਪੋਲੀਟੀਕਲ ਕਰੀਅਰ ਕਿਵੇਂ ਦੇਖਦੇ ਹੋ? ਕੀ ਕਿਸੇ ਹੋਰ ਪਾਰਟੀ ਨਾਲ ਐਸੋਸੀਏਟ ਹੋਵੋਗੇ? ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਕਮਲਦੀਪ ਸਿੰਘ PU ਪਲਸ ਤੋਂ। ਅੱਜ ਅਸੀਂ ਜੁੜੇ ਹਾਂ ਪੰਜਾਬ ਯੂਨੀਵਰਸਿਟੀ ਕੈਂਪਸ 'ਚ, ਜਿੱਥੇ ਕਿ ਆਪਾਂ ਦੇਖ ਰਹੇ ਹਾਂ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ, ਮੌਸਮ 'ਚ ਠੰਡ ਵੱਧ ਰਹੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਲੈਕਸ਼ਨ ਤੋਂ ਬਾਅਦ NSU ਦੇ ਵਿੱਚ ਮਾਹੌਲ ਹਲੇ ਵੀ ਗਰਮ ਹੈ। ਆਪਾਂ ਬੀਤੇ ਦਿਨ ਹੀ ਦੇਖਿਆ ਕਿ ਇੱਕ NSU ਵੱਲੋਂ ਇੱਕ ਲੈਟਰ ਜਾਰੀ ਕੀਤਾ ਜਾਂਦਾ ਹੈ ਜਿਹਦੇ ਵਿੱਚ ਪ੍ਰੋਮੀਨੈਂਟ ਫੇਸਿਸ ਨੇ ਜਿਹੜੇ ਪਾਰਟੀ ਦੇ 9 ਬੰਦਿਆਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ। ਅੱਜ ਸਾਡੇ ਨਾਲ ਉਹਨਾਂ ਹੀ ਚੋਂ ਕੁਛ ਬੰਦੇ ਜੁੜੇ ਨੇ ਸਾਡੇ ਨਾਲ ਨੇ ਮਨਪ੍ਰੀਤ ਮਾਹਲ ਜੋ ਕਿ ਜੁਆਇੰਟ ਸੈਕਟਰੀ ਰਹਿ ਚੁੱਕੇ ਨੇ PUCSC 2019,
ਆਸ਼ੀਸ਼ ਪਾਲ ਜੀ ਜੋ ਕਿ ਐਕਸ ਪ੍ਰੈਜ਼ੀਡੈਂਟ ਨੇ, ਕੈਂਪਸ ਪ੍ਰੈਜ਼ੀਡੈਂਟ ਰਹਿ ਚੁੱਕੇ ਹੈ। ਰਾਹੁਲ ਜੀ ਇਹ ਜੋ ਵੀਪੀ ਰਹਿ ਚੁੱਕੇ ਨੇ PUCSE 2019, ਤੇ ਰਾਜਕਰਨ ਜੀ ਜੋ ਕਿ ਇਹ ਪਾਰਟੀ ਦੇ ਚੇਅਰਮੈਨ ਰਹਿ ਚੁੱਕੇ ਨੇ 2019 'ਚ। ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹੋ ਜਿਹੀ ਕੀ ਗੱਲ ਬਣੀ ਕਿ ਜੋ ਇੱਕ ਪਾਰਟੀ ਨੂੰ ਇੱਕ ਲੈਟਰ ਜਾਰੀ ਕਰਨਾ ਪਿਆ। ਮਨਪ੍ਰੀਤ, ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਪਾਰਟੀ ਦਾ ਇਹ ਐਲੀਗੇਸ਼ਨ ਹੈ ਕਿ ਐਂਟੀ ਪਾਰਟੀ ਐਕਟੀਵਿਟੀਜ਼ ਕਰਕੇ 9 ਬੰਦੇ ਜਿਹੜੇ ਸਸਪੈਂਡ ਕੀਤੇ ਆ, ਤਾਂ ਤੁਹਾਨੂੰ ਉਹ ਲੈਟਰ ਵਿੱਚ ਸਸਪੈਂਡ ਕੀਤਾ ਗਿਆ। ਤੁਹਾਡਾ ਇਸ 'ਤੇ ਕੀ ਕਹਿਣਾ ਹੈ? ਦੇਖੋ ਜੀ, ਪਹਿਲੀ ਗੱਲ ਤੁਸੀਂ ਸਵਾਲ ਪੁੱਛਿਆ ਹੈ ਨਾ, ਮੇਰੇ ਖਿਆਲ ਆਪਾਂ ਆਹੀ ਲੈਟਰ ਦੀ ਗੱਲ ਕਰ ਰਹੇ ਹਾਂ। ਆ ਤੁਹਾਡੇ ਪੇਜ ਤੇ ਲਾਈਵ ਜਾਂ ਵੀਡੀਓ ਚੱਲ ਰਹੀ ਹੈ ਨਾ, ਇਹ ਲੈਟਰ ਇੱਦਾਂ ਦੇ 36 ਲੈਟਰ ਕੱਢ ਦਿਓ, 3600 ਲੈਟਰ ਕੱਢ ਦਿਓ, ਮੈਨੂੰ ਇਹਨਾਂ ਦੀ ਪਰਵਾਹ ਨਹੀਂ। ਪਹਿਲੀ ਗੱਲ। ਦੂਜੀ ਗੱਲ, 2019 ਦੇ ਵਿੱਚ ਮੈਂ ਲੜਿਆ ਸੀ ਜੁਆਇੰਟ ਸੈਕਟਰੀ ਦੀ ਪੋਸਟ ਤੇ NSUI ਪਾਰਟੀ ਵੱਲੋਂ, ਸੋ ਕਾਲਡ NSUI ਪਾਰਟੀ ਵੱਲੋਂ, ਨਾਟ ਕੱਟਡ NSUI ਪਾਰਟੀ ਵੱਲੋਂ। ਠੀਕ ਹੈ ਜੀ, 3796 ਵੋਟਾਂ ਪੋਲ ਹੋਈਆਂ ਸੀਗੀਆਂ 2019। ਚਲੋ ਮੈਂ ਮੰਨਦਾ ਪ੍ਰਧਾਨ ਸੀਗਾ ਲੱਗਿਆ, ਇਹਨਾਂ ਨੂੰ ਇੰਨੀ ਵੋਟ ਨਹੀਂ ਪੋਲ ਹੋਈ ਹੋਣੀ। ਇਹਨਾਂ ਦਾ 2019 ਦਾ ਪ੍ਰਧਾਨ, 2022 ਦਾ ਪ੍ਰਧਾਨ, ਦੋਨਾਂ ਦੀਆਂ ਵੋਟਾਂ ਇਕੱਠੀਆਂ ਕਰ ਲਓ, ਮੈਨੂੰ ਲੱਗਦਾ ਇੱਥੇ ਵੀ ਇਹ ਸਾਡੇ ਤੋਂ ਥੱਲੇ ਹੀ ਰਹਿ ਜਾਣਗੇ। ਇਹ ਪਾਰਟੀ ਦੇ ਉੱਪਰ ਜਾਂ ਫਿਰ ਸਾਡੇ ਉੱਪਰ ਜਾਂ ਕਿਸੇ ਹੋਰ ਦੇ ਉੱਪਰ ਐਲੀਗੇਸ਼ਨ ਲਾਉਂਦੇ ਨੇ ਬੇਸਲੈਸ, ਮੈਨੂੰ ਉਹਦੀ ਪਰਵਾਹ ਨਹੀਂ। ਨਾ ਮੈਂ ਲੌਂਗ ਰਨ ਦੇ ਵਿੱਚ ਰਾਜਨੀਤੀ ਕਰਨਾ ਚਾਹੁੰਦਾ, ਮੈਂ ਤਾਂ ਵੈਸੇ ਹੀ ਕਿਹਾ ਸੀਗਾ ਕਿ ਇਹ ਮੇਰਾ ਹੈਗਾ ਆਖਰੀ ਇਲੈਕਸ਼ਨ। ਮੇਰੀ ਜ਼ਿੰਮੇਵਾਰੀ ਬਣਦੀ ਸੀ ਮੇਰੇ ਤੋਂ ਅੱਗੇ ਵਾਲੇ ਕੈਂਡੀਡੇਟ ਨੂੰ ਜਿਤਾ ਕੇ ਜਾਣਾ। ਵਾਈਸ ਪ੍ਰੈਜ਼ੀਡੈਂਟ ਆਪਣਾ ਜਿੱਤਿਆ ਹੋਇਆ, ਮੈਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਹੈਗੀ। ਠੀਕ ਹੈ ਜੀ। ਦੂਸਰੀ ਗੱਲ, ਅੱਧਾ ਇਲੈਕਸ਼ਨ NSUI ਉਸੇ ਦਿਨ ਹਾਰ ਗਈ ਸੀ ਜਿੱਦਣ ਇੱਕ ਵੀਕ ਇੰਚਾਰਜ ਨੂੰ ਇੱਥੇ ਚਾਰੇ ਗਰੁੱਪਾਂ ਦਾ ਇੰਚਾਰਜ ਲਾ ਕੇ ਭੇਜਿਆ ਗਿਆ। ਤੁਹਾਡੇ ਹੀ ਚੈਨਲ ਨੇ ਮੇਰੇ ਖਿਆਲ ਉਹਨਾਂ ਦਾ ਕੁਐਸਚਨੇਅਰ ਕੀਤਾ ਸੀਗਾ ਤੇ ਉੱਥੇ ਤੋਂ ਪਤਾ ਲੱਗ ਗਿਆ ਸੀਗਾ ਕਿ ਇਨਹੈਰੈਂਟ ਵੀਕਨੈਸ ਪਾਰਟੀ ਦੇ ਵਿੱਚ ਕੀ ਹੈ। ਦੂਸਰੀ ਗੱਲ, ਬਾਕੀ ਦਾ ਇਲੈਕਸ਼ਨ ਆਪਾਂ ਉਸ ਦਿਨ ਹਾਰ ਗਏ ਸੀ ਜਿੱਦਣ ਇੰਨਾ ਕੁ ਵੀਕ ਕੈਂਡੀਡੇਟ ਲੱਗਿਆ ਕਿ 3 ਗਰੁੱਪ ਉਹਦੇ ਅਨਾਊਂਸਮੈਂਟ ਤੇ ਵੀ ਨਹੀਂ ਗਏ ਤੇ ਇੱਕ ਹੀ ਗਰੁੱਪ ਉੱਥੇ ਗਿਆ ਹੈ। ਤੇ ਉਹ ਬੰਦਾ ਆਪਣੇ ਹੀ ਡਿਪਾਰਟਮੈਂਟ ਦੇ ਵਿੱਚੋਂ ਇਲੈਕਸ਼ਨ ਹਾਰ ਰਿਹਾ, ਤੁਸੀਂ ਕਹਿ ਰਹੇ ਹੋ ਉਹਨੂੰ ਕੈਂਪਸ ਦੇ ਵਿੱਚੋਂ ਪ੍ਰਧਾਨ ਜਿਤਵਾ ਦਿਓ। ਯਾਰ ਘੱਟੋ ਘੱਟ ਵੀਰੇ, ਜੇ ਆਪਣੀਆਂ ਲੱਤਾਂ ਭਾਰ ਨਾ ਝੱਲਦੀਆਂ ਹੋਣ ਤਾਂ ਇੰਨੇ ਪੰਗੇ ਨਹੀਂ ਲਈਦੇ ਹੈਗੇ। ਠੀਕ ਹੈ ਜੀ। ਤੁਸੀਂ ਤੁਹਾਡੇ ਸਾਰੀਆਂ ਗੱਲਾਂ ਤੁਹਾਡੀਆਂ ਮੁਰਗੇ ਵਾਲੀਆਂ, ਲੇਕਿਨ ਫਿਰ ਤੁਸੀਂ ਤੜੀ ਰੱਖਣੀ ਹੈ ਬਾਜਾਂ ਵਾਲੀ, ਇਹਦੇ ਨਾਲ ਤਾਂ ਕੰਮ ਨਹੀਂ ਹੋਣੇ। ਆਖਿਰ ਦੇ ਵਿੱਚ ਮੈਂ ਸਿਰਫ ਇੰਨੀ ਗੱਲ ਕਹਿ ਕੇ ਜਾਊਂਗਾ, ਕਿਉਂਕਿ ਮੈਨੂੰ ਨਾ NSUI ਨਾਲ ਕੋਈ ਮਤਲਬ ਹੈ, ਨਾ ਮੈਨੂੰ PU ਦੀ ਰਾਜਨੀਤੀ ਨਾਲ ਕੋਈ ਮਤਲਬ ਹੈ, ਨਾ ਮੈਨੂੰ ਸ਼ਾਰਟ ਰਨ ਦੇ ਵਿੱਚ ਵੈਸੇ ਰਾਜਨੀਤੀ ਨਾਲ ਕੋਈ ਮਤਲਬ ਹੈ, ਕਿ ਆਪਣੇ ज़िंदगी तो अपने दम पे जी जाती है, गैरों के कंधों पे तो जनाजे उठते हैं। ठीक है जी। अगर ਤੁਹਾਨੂੰ ਲੱਗਦਾ ਕਿ 1300-1400 ਵੋਟ ਨਾਲ NSUI ਇਲੈਕਸ਼ਨ ਹਾਰੀ ਤੇ ਉਹ ਆਪਾਂ 9 ਬੰਦੇ 1300-1400 ਵੋਟ ਜਿਹੜੀ ਸੀਗੀ ਸਾਰੇ ਦੀ ਸਾਰੀ ਐਂਟੀ ਕਰਾ ਗਏ, ਤਾਂ ਅਗਲੀ ਵਾਰ ਯਾਰ ਆਪਾਂ ਹੀ ਅਲੱਗ ਪਾਰਟੀ ਬਣਾ ਕੇ ਇਲੈਕਸ਼ਨ ਲੜਾ ਦਿੰਨੇ ਆ। ਕਿੱਡੀ ਕੁ ਗੱਲ ਹੈ ਕਿ NSUI ਇੰਨੀ ਵੱਡੀ ਪਾਰਟੀ 1300-1400 ਵੋਟ ਤੋਂ ਇਲੈਕਸ਼ਨ ਹਾਰ ਗਈ 9 ਬੰਦਿਆਂ ਕਰਕੇ, ਸੋਚਣ ਵਾਲੀ ਗੱਲ ਹੈ। ਸੋ ਆਈ'll ask all the viewers and all the party members that these things should be taken in consideration and baseless allegations, ਜਿਹਦਾ ਕਿ ਮੈਂ ਕੋਈ ਪਰਵਾਹ ਨਹੀਂ ਮਾਰਦਾ, ਇਹਦੀ ਨਾ ਮੈਨੂੰ ਕਦੇ ਪਰਵਾਹ ਸੀਗੀ ਨਾ ਮੈਨੂੰ ਕਦੇ ਹੋਊਗੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਆਪਾਂ ਅੱਗੇ ਗੱਲ ਕਰਦੇ ਹਾਂ, ਜਿੱਥੇ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਹਿਮਾਚਲ ਦਾ ਵੋਟ ਬੈਂਕ ਆ, ਤੁਸੀਂ ਉਹਨਾਂ ਨਾਲ ਕਾਫੀ ਜੁੜੇ ਹੋਏ ਹੋ, ਤਾਂ ਪਰ ਤੁਹਾਨੂੰ ਹੀ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਜੀ, ਇਹਨਾਂ ਦੇ ਜੋ ਵੀ ਐਲੀਗੇਸ਼ਨ ਹੈ ਫੇਕ ਹੈ। ਇਹ ਕਹਿੰਦੇ ਮੈਂ ਕ੍ਰਾਸ ਵੋਟਿੰਗ ਕਰਾਈ ਹੈ। ਮੈਂ ਇਹਨਾਂ ਨੂੰ ਦਾਅਵੇ ਨਾਲ ਕਹਿੰਦਾ, ਜੇ ਮੈਂ ਕ੍ਰਾਸ ਵੋਟਿੰਗ ਕਰਾਈ ਹੈ, ਜੇ ਇੱਕ ਵੀ ਪ੍ਰੂਫ ਇਹਨਾਂ ਕੋਲ ਹੈਗਾ ਕਿ ਮੈਂ ਕ੍ਰਾਸ ਵੋਟਿੰਗ ਕਰਾਈ ਹੈ, ਤਾਂ ਮੈਂ PU ਦੀ ਰਾਜਨੀਤੀ ਛੱਡਾਂਗਾ। ਜੇ ਨਹੀਂ ਇਹਨਾਂ ਕੋਲ ਪ੍ਰੂਫ ਹੈ, ਮੈਂ ਕਹਿੰਦਾ ਹੁਸੈਨ ਸੁਲਤਾਨੀਆ, ਨੀਰਜ ਕੁੰਦਨ ਉਹ ਇਸਤੀਫਾ ਦੇਣ। ਜਿਹੜੇ ਵੀ ਐਲੀਗੇਸ਼ਨ ਹੈ, ਨੀਰਜ ਕੁੰਦਨ ਸਰ ਨਾਲ ਗੱਲ ਹੋਈ, ਉਹਨਾਂ ਨੇ ਕਿਹਾ ਕਿ ਤੁਹਾਡੇ ਖਿਲਾਫ ਉਹ ਹੈ ਪ੍ਰੋਪਰ ਪ੍ਰੂਫ ਹੈ। ਮਤਲਬ ਜੇ ਪ੍ਰੋਪਰ ਪ੍ਰੂਫ ਹੈ, ਸਾਡਾ ਫੋਨ ਕਿਉਂ ਨਹੀਂ ਚੱਕ ਰਹੀ ਤੁਹਾਡੀ ਕਮੇਟੀ? ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈ, ਪ੍ਰੋਪਰ ਐਵੀਡੈਂਸ ਨਹੀਂ ਹੈ। ਜੇ ਹੋਵੇਗਾ ਤਾਂ ਮੈਂ ਪਾਰਟੀ ਛੱਡਾਂਗਾ, ਜੇ ਨਹੀਂ ਹੈ ਤਾਂ ਇਹ ਪਾਰਟੀ ਛੋੜ ਦੇ। ਠੀਕ ਹੈ ਜੀ। ਰਾਹੁਲ, ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਪਿਛਲੇ ਸਾਲ ਵਾਈਸ ਪ੍ਰੈਜ਼ੀਡੈਂਟ ਜਿੱਤੇ ਤੇ ਇਸ ਸਾਲ ਵੀ ਤੁਸੀਂ ਇਲੈਕਸ਼ਨ 'ਚ ਕਾਫੀ ਐਕਟਿਵ ਦਿਖੇ, ਪਰ ਕਿਤੇ ਨਾ ਕਿਤੇ ਤੁਹਾਨੂੰ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਤਾ। ਦੇਖੋ ਜੀ, ਦੋ ਚੀਜ਼ਾਂ ਹੁੰਦੀਆਂ ਨੇ। ਅਗਰ ਤੁਸੀਂ ਇੰਨਾ ਦਮਖਮ ਰੱਖਦੇ ਹੋ ਕਿ ਅਸੀਂ ਜਿੱਤ ਦਾ ਸ਼੍ਰੇਅ ਲੈਣਾ ਹੈ, ਤਾਂ ਹਾਰ ਦੀ ਜ਼ਿੰਮੇਵਾਰੀ ਵੀ ਲੈਣੀ ਜਿਹੜੀ ਹਾਇਰ ਅਥਾਰਟੀ ਨੂੰ ਸਿੱਖਣੀ ਚਾਹੀਦੀ ਹੈ। ਜਿਵੇਂ ਕਿ ਦੱਸਿਆ, ਇੰਚਾਰਜ ਹੁਸੈਨ ਸੁਲਤਾਨੀਆ ਜੀ, ਇਹ ਉਹੀ ਇੰਚਾਰਜ ਨੇ ਜਿਹੜੇ ਯੂਨੀਵਰਸਿਟੀ 'ਚ ਸਾਨੂੰ ਦਿਨ ਦੇ 10-10 20-20 ਫੋਨ ਲਾਉਂਦੇ ਹੁੰਦੇ ਸੀ, ਕਿੱਥੇ ਹੋ, ਕੀ ਚੱਲ ਰਿਹਾ ਹੈ, ਤੁਹਾਡੇ ਸਿਰ ਤੇ ਹੀ NSUI ਆ, ਤੁਹਾਡੇ ਬਿਨਾਂ NSUI ਕੁਛ ਨਹੀਂ। ਅੱਜ ਉਹੀ ਇੰਚਾਰਜ ਆ ਜਿਹੜਾ 18 ਤਰੀਕ ਤੋਂ ਬਾਅਦ ਸਾਨੂੰ ਸਸਪੈਂਡ ਦੇ ਲੈਟਰ ਕੱਢ ਕੇ ਸਾਨੂੰ ਫੋਨ ਨਹੀਂ ਚੱਕ ਰਿਹਾ। ਦੂਜੀ ਗੱਲ, 2 ਕੈਂਡੀਡੇਟ ਜਿੱਤੇ NSUI ਦੇ,
ਤੁਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਫੋਟੋ NSOE ਦੇ ਪੇਜ ਤੇ ਪਾ ਦੀ, ਜਿੰਨੇ NSOE ਦੇ ਹਾਇਰ ਅਥਾਰਟੀ ਉਹਨਾਂ ਨੇ ਆਪਣੇ ਪੇਜ ਤੇ ਪਾ ਕੇ ਉਹਨੂੰ ਵਧਾਈ ਦਿੱਤੀ। ਅਗਰ ਤੁਸੀਂ ਉਹਨਾਂ ਦੋਵਾਂ ਦਾ ਜਿਹੜਾ ਜਿੱਤ ਦਾ ਸ਼੍ਰੇਅ ਲੈਂਦੇ ਹੋ ਤਾਂ ਇੰਨਾ ਵੀ ਆਪਣੇ 'ਚ ਦਮ ਰੱਖੋ ਕਿ ਜਿਹੜੀ 2 ਬੰਦੇ ਹਾਰੇ ਆ ਉਹਨਾਂ ਦੀ ਹਾਰ ਦੀ ਜ਼ਿੰਮੇਵਾਰੀ ਵੀ ਚੱਕੋ, ਨਾ ਕਿ ਆਪਣੀਆਂ ਖਾਮੀਆਂ ਕਿਸੇ ਹੋਰ ਤੇ ਸੁੱਟ ਕੇ ਤੇ ਆਪਣੇ ਆਪ ਨੂੰ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰੋ। ਤੇ ਰਹੀ ਗੱਲ NSOE ਤੋਂ ਸਸਪੈਂਡ ਕਰਨ ਦੀ, NSOE ਕੋਈ ਆ ਕੇ ਇੱਥੇ ਇੰਚਾਰਜ ਨਹੀਂ ਬਣਾਉਂਦਾ। ਇੰਚਾਰਜ ਦੀ ਪਹਿਚਾਣ ਵੀ ਇੱਥੇ ਜਿਹੜੇ 1 ਸਾਲ ਯੂਨੀਵਰਸਿਟੀ 'ਚ ਬੱਚੇ ਰਹਿੰਦੇ ਨੇ ਜਾਂ ਸਾਡੇ ਵਰਗੇ NSOE ਦੇ ਵਰਕਰ ਰਹਿੰਦੇ ਨੇ, ਉਹ ਇੰਚਾਰਜ ਨੂੰ NSOE ਦਾ ਇੱਥੇ ਕਲੇਮ ਕਰਾਉਂਦੇ ਨੇ, ਨਾ ਕਿ ਇੱਥੇ ਅਸੀਂ ਇੰਚਾਰਜ ਕਰਕੇ ਆ। NSOE 'ਚ ਕੱਲ੍ਹ ਵੀ ਸੀਗੇ, ਅੱਜ ਵੀ ਸੀਗੇ। ਜਿਵੇਂ ਕਿ ਮਨਪ੍ਰੀਤ ਨੇ ਕਿਹਾ ਕਿ ਇਹਨਾਂ ਲੈਟਰਾਂ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਤਾਂ ਅੱਜ ਵੀ NSOE ਦਾ ਸਟicker ਜੇਬ 'ਚ ਲੈ ਕੇ ਘੁੰਮਦਾ। ਕਿਸੇ ਦੀ ਹਿੰਮਤ ਹੈ ਮੈਂ ਛਾਤੀ 'ਤੇ ਲਾ ਕੇ ਅੱਜ ਤੁਸੀਂ ਚਲੇ ਜਾਂਦਾ, ਆ ਕੇ ਲਾ ਕੇ ਦਿਖਾ ਦੇਵੇ। ਸੋ ਇਹ ਜਿਹੜੀ ਹਾਰ ਦੀ ਜ਼ਿੰਮੇਵਾਰੀ ਨੂੰ ਸਾਡੇ ਸਿਰ ਤੇ ਪਾਉਣ ਲਈ ਇਹ ਜਿਹੜੇ ਇੰਚਾਰਜ ਹੋ ਗਏ ਜਾਂ ਹੋਰ ਬੰਦੇ ਨੇ ਜਿਹੜੇ ਇਹਨਾਂ ਦਾ ਹਾਰ ਦਾ ਭਾਰ ਨਹੀਂ ਝੱਲ ਸਕੇ, ਜਿਹੜੇ ਇਹ ਨਹੀਂ ਸਵੀਕਾਰ ਕਰ ਸਕੇ ਜੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੰਨੀਆਂ ਵੱਡੀਆਂ ਡੀਂਗਾਂ ਮਾਰਦੇ ਹਾਂ ਕਿ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਤਾਂ ਇੱਕ ਕਿਰਦਾਰ ਉਹੀ ਹੁੰਦਾ ਹੈ ਕਿ ਜਿਹੜਾ ਜਿੱਤ ਦਾ ਸ਼੍ਰੇਅ ਵੀ ਲੈਣਾ ਜਾਣਦਾ ਹੋਵੇ ਤੇ ਹਾਰ ਦਾ ਸ਼੍ਰੇਅ ਵੀ ਆਪਣੇ ਮੱਥੇ ਤੇ ਲੈਣਾ ਜਾਣਦਾ ਹੋਵੇ। ਅੱਜ ਅਗਰ ਮੈਂ ਕੋਈ ਇਲੈਕਸ਼ਨ 'ਚ ਮੇਰੇ ਤੋਂ ਕੋਈ ਕਮੀ ਰਹਿ ਗਈ ਹੈ, ਅਸੀਂ ਹਾਰੇ ਹਾਂ, ਮੈਂ ਉਸ ਚੀਜ਼ ਦੀ ਜ਼ਿੰਮੇਵਾਰੀ ਲੈਂਦਾ ਕਿ ਮੇਰੇ ਕਰਕੇ ਹਾਰਿਆ। ਮੈਂ ਕਦੀ ਇਹ ਨਹੀਂ ਕਰਦਾ ਕਿਸੇ ਕਰਕੇ ਹਾਰੇ। ਲੇਕਿਨ ਤੁਸੀਂ ਅਗਰ ਸਟੈਟਸ ਦੇਖੋ, ਅਗਰ 1 to 1 ਕੈਂਡੀਡੇਟ ਦੇਖੋ, ਮੇਰੇ ਹਿਸਾਬ ਨਾਲ ਕਿ NSOE ਦਾ ਕੈਂਡੀਡੇਟ ਤਾਂ ਜਿਹੜੇ ਕੈਂਡੀਡੇਟ ਨੂੰ ਪ੍ਰੈਜ਼ੀਡੈਂਟ ਤੋਂ ਸਭ ਤੋਂ ਘੱਟ ਵੋਟਾਂ ਪਈਆਂ ਨੇ ਨਾ, ਉਹਨਾਂ ਨਾਲੋਂ ਵੀ ਜ਼ਿਆਦਾ ਵੀਕ ਸੀ। ਉਸ ਕੈਂਡੀਡੇਟ ਨੂੰ ਜਿਹਨੂੰ ਇਹ ਨਹੀਂ ਪਤਾ ਕਿ ਫਲਾਣਾ ਡਿਪਾਰਟਮੈਂਟ ਕਿੱਥੇ ਹੈ, ਤਾਂ ਉਸ ਡਿਪਾਰਟਮੈਂਟ ਦਾ ਸਟੂਡੈਂਟ ਉਹਨੂੰ ਵੋਟ ਕਿਵੇਂ ਪਾ ਦੇਗਾ? ਉਸ ਡਿਪਾਰਟਮੈਂਟ ਦੇ ਸਟੂਡੈਂਟ ਨੂੰ ਕਿਵੇਂ ਵਿਸ਼ਵਾਸ ਆ ਜਾਏਗਾ ਕਿ ਇਹ ਮੇਰੇ ਹੱਕਾਂ ਲਈ ਅੱਗੇ ਖੜ ਸਕਦਾ ਹੈ? ਉਹ ਕੈਂਡੀਡੇਟ ਜਿਹੜਾ ਆਪਣੇ ਡਿਪਾਰਟਮੈਂਟ ਤੋਂ ਪਾਰਟਿਕੂਲਰਲੀ ਹਾਰ ਜਾਂਦਾ ਹੈ ਤੇ ਤੁਸੀਂ ਉਹਦਾ ਬਲੇਮ ਲਾਉਂਦੇ। ਜਿਹੜਾ ਕੈਂਡੀਡੇਟ ਆਪਣੇ ਆਪ ਨੂੰ ਵੋਟਾਂ ਨਹੀਂ ਪਵਾ ਸਕਦਾ, ਉਹਨੂੰ ਹੋਰ ਕਿਵੇਂ ਕੋਈ ਵੋਟ ਪਵਾ ਦੇਵੇ? ਅੱਜ ਉਸੇ ਕੈਂਡੀਡੇਟ ਨੂੰ ਖੜਾ ਕੇ ਦੁਬਾਰਾ ਇਲੈਕਸ਼ਨ ਕਰਾ ਲਓ, ਕਿਸੇ ਵੀ ਕੈਂਡੀਡੇਟ ਨੂੰ ਉਹਦੇ ਸਾਹਮਣੇ ਖੜਾ ਲਓ। ਅਗਰ ਅੱਜ ਦੁਬਾਰਾ ਵੀ ਉਹ ਜਿੱਤ ਗਏ ਤਾਂ ਮੇਰਾ ਨਾਮ ਬਦਲ ਦਿਓ ਤੇ ਫਿਰ NSOE 'ਚੋਂ ਮੈਂ ਆਪ ਅਸਤੀਫਾ ਦੇਵਾਂਗਾ। ਰਹੀ ਗੱਲ ਸਸਪੈਂਸ਼ਨਾਂ ਦੀ, ਬਹੁਤ ਇੰਚਾਰਜ ਆਏ, ਹਰ ਸਾਲ ਨਵੇਂ ਇੰਚਾਰਜ ਆਉਂਦੇ ਨੇ ਇੱਥੇ ਤੇ ਹਰ ਸਾਲ ਉਹਨਾਂ ਨੇ ਆਉਣਾ ਹੀ ਆਉਣਾ, ਪਰ ਇਹ ਬੰਦੇ ਇੱਥੇ ਹੀ ਰਹਿੰਦੇ ਨੇ। NSOE ਉਹਨਾਂ ਦੇ ਨਾਮ ਨਾਲ ਨਹੀਂ, ਪੰਜਾਬ ਯੂਨੀਵਰਸਿਟੀ ਸਾਡੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਲੈਟਰ ਇੱਕ ਛੱਡ ਕੇ ਭਾਵੇਂ 50 ਕੱਢ ਦੇਣ, ਅਸੀਂ ਅੱਜ ਵੀ ਆਪਣੇ ਸਟੈਂਡ ਤੇ ਖੜੇ ਹਾਂ ਤੇ ਨਾ ਹੀ NSOE ਤੋਂ ਅਸੀਂ ਕਿਨਾਰਾ ਕੀਤਾ ਤੇ ਨਾ ਹੀ NSOE ਤੋਂ ਸਾਨੂੰ ਕੋਈ ਕਿਨਾਰਾ ਕਰ ਸਕਦਾ ਹੈ। ਜਿਹੜੇ ਅਸਲੀ 'ਚ ਹਾਰ ਦੇ ਜ਼ਿੰਮੇਦਾਰ ਨੇ, ਆਉਣ ਵਾਲੇ ਟਾਈਮ 'ਚ ਤੁਹਾਡੇ ਕੋਲ ਪ੍ਰੂਫ ਵੀ ਲੈ ਕੇ ਆਵਾਂਗੇ। ਉਹ ਕੈਸੀ ਕਮੇਟੀ, ਜਿਹੜੀ ਕਮੇਟੀ ਨੇ ਇੱਕ ਵਾਰ ਵੀ ਸਾਨੂੰ ਬੁਲਾਇਆ ਨਹੀਂ, ਇੱਕ ਵਾਰ ਵੀ ਸ਼ੋਅ ਕਾਜ਼ ਨੋਟਿਸ ਨਹੀਂ ਦਿੱਤਾ। ਇਹ ਤਾਂ ਚੀਜ਼ ਥੋਪਣ ਵਾਲੀ ਗੱਲ ਹੋਈ ਕਿ ਆਪਣੀ ਹਾਰ ਦਾ ਜਿਹੜਾ ਤੁਸੀਂ ਸਿਹਰਾ ਕਿਸੇ ਹੋਰ ਦੇ ਸਿਹਰੇ ਤੇ ਮੰਡ ਦਿੱਤਾ। ਸੋ ਮੇਰਾ ਚੈਲੰਜ ਹੈ ਕਿ ਇਹ ਚੀਜ਼ ਨੂੰ ਪ੍ਰੂਫ ਕਰਕੇ ਦਿਖਾ ਦੇਣ ਕਿ ਮੈਂ ਅਗਰ ਕਿਸੇ ਵੀ ਚੀਜ਼ 'ਚ NSOE ਨਾਲ ਦਗਾਬਾਜੀ ਕੀਤੀ ਹੋਈ ਤਾਂ ਮੈਂ ਆਪ ਅਸਤੀਫਾ ਦੇਵਾਂਗਾ। ਜੇ ਪ੍ਰੂਫ ਹੁੰਦਾ ਅੱਜ ਤੋਂ 10 ਦਿਨ ਪਹਿਲਾਂ ਤੁਹਾਡੇ ਚੈਨਲਾਂ ਤੇ ਚਲਾ ਚੁੱਕੇ ਹੁੰਦੇ। ਇਹ ਆਪਣੀ ਹਾਰ ਨੂੰ ਜਿਹੜੀ ਛੁਪਾਉਣ ਦੀ ਕੋਸ਼ਿਸ਼ ਹੈ ਨਾ, ਅਗਰ ਡੀਂਗਾ ਮਾਰਦੇ ਹੋ ਨਾ ਤਾਂ ਹਾਰ ਨੂੰ ਐਕਸੈਪਟ ਕਰਨਾ ਸਿੱਖੋ, ਤਾਂ ਅੱਗੇ ਲੌਂਗ ਟਰਮ ਦੀ ਰਾਜਨੀਤੀ ਕਰ ਸਕੋਗੇ, ਨਹੀਂ ਤਾਂ ਛੋਟੀ ਮੋਟੀ ਰਾਜਨੀਤੀ ਰਹਿ ਜਾਣਾ ਤੁਸੀਂ। ਠੀਕ ਹੈ ਰਾਜ ਕਰਨ ਤੋਂ ਆਪਾਂ ਅਗਲਾ ਸਵਾਲ ਲੈਂਦੇ ਹਾਂ ਕਿ ਕਿਤੇ ਨਾ ਕਿਤੇ ਤੁਸੀਂ 2019 'ਚ ਪਾਰਟੀ ਦੇ ਚੇਅਰਮੈਨ ਸੀਗੇ ਤੇ ਇਸ ਵਾਰ ਵੀ ਤੁਸੀਂ ਪਾਰਟੀ ਦੇ ਪ੍ਰਧਾਨ ਦੀ ਟਿਕਟ ਦੇ ਦਾਅਵੇਦਾਰ ਸੀਗੇ, ਪਰ ਕਿਤੇ ਨਾ ਕਿਤੇ ਜਿਵੇਂ ਕਿ ਮਨਪ੍ਰੀਤ ਨੇ ਵੀ ਕਿਹਾ ਜਿਹੜਾ ਪ੍ਰੈਜ਼ੀਡੈਂਟ ਕੈਂਡੀਡੇਟ ਸੀ ਇੰਨਾ ਕੁ ਵੀਕ ਸੀਗੀ, ਉੱਥੇ ਇਲੈਕਸ਼ਨ ਹਾਰ ਗਏ। ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ? ਜੀ ਦੇਖੋ, 2019 ਜਦੋਂ ਮੈਂ ਚੇਅਰਮੈਨ ਲੱਗਿਆ ਸੀਗਾ, ਉਹ ਤੋਂ ਪਹਿਲਾਂ ਮੈਂ SD ਕਾਲਜ ਵੀ ਕੰਮ ਕਰਿਆ। ਜਿਹੜੇ ਸਟੂਡੈਂਟ ਰਾਜਨੀਤੀ ਆ ਮੈਂ 2018 ਤੋਂ ਕਰ ਰਿਹਾ। ਜਦੋਂ ਲੋਕਡਾਊਨ ਦਾ ਸਮਾਂ ਸੀਗਾ, 2.5 ਸਾਲ ਯੂਨੀਵਰਸਿਟੀ ਬੰਦ ਰਹੀ, ਉਦੋਂ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੁਣ ਕੈਂਡੀਡੇਟ ਲਾਇਆ ਇਹ ਤਾਂ ਨਹੀਂ ਆਇਆ, ਇਹਦੀ ਤਾਂ ਐਡਮਿਸ਼ਨ ਵੀ ਨਹੀਂ ਸੀ, ਇਹ ਤਾਂ CGC 'ਚ ਪੜ੍ਹਦਾ ਸੀਗਾ। ਉਸ ਟਾਈਮ ਅਸੀਂ ਆ ਕੇ ਸਟੂਡੈਂਟਸ ਦੀ ਮਦਦ ਕਰੀ ਹੈ, ਉਸ ਟਾਈਮ ਅਸੀਂ ਸਟੂਡੈਂਟ ਨਾਲ ਖੜੇ ਹਾਂ ਔਖੇ ਟਾਈਮ। ਉਹਦੇ ਆਧਾਰ 'ਤੇ, ਸੰਘਰਸ਼ ਦੇ ਆਧਾਰ 'ਤੇ ਮੈਂ ਟਿਕਟ ਮੰਗ ਰਿਹਾ ਸੀਗਾ। ਬਟ ਇਹ ਜਿਹੜਾ ਇਲੈਕਸ਼ਨ ਹਾਰੇ ਹੈ, ਇਹ ਜਿਵੇਂ ਮੇਰੇ ਭਰਾ ਰਾਹੁਲ ਨੇ ਕਿਹਾ, ਹਾਰ ਦਾ ਸਿਹਰਾ ਸਾਡੇ ਉੱਤੇ ਬਣ ਰਿਹਾ ਹੈ। ਤੁਸੀਂ ਦੱਸੋ ਕਿ ਪੰਜਾਬ ਯੂਨੀਵਰਸਿਟੀ ਦਾ 18-20 ਹਜ਼ਾਰ ਸਟੂਡੈਂਟ ਹੈ ਜਿਹੜਾ, ਉਹ ਮੂਰਖ ਹੈ? ਉਹ ਸਾਰੇ ਪੜ੍ਹੇ ਲਿਖੇ ਹੈ ਇੱਥੇ, ਉਹ ਇੱਕ ਐਸੇ ਬੰਦੇ ਨੂੰ ਕਿਉਂ ਵੋਟ ਪਾਊਗਾ ਕਿ ਜਿਹਦੀ ਐਡਮਿਸ਼ਨ 6 ਦਿਨ ਪਹਿਲਾਂ ਹੋਈ ਹੈ ਤੇ ਉਹਨੇ ਅੱਜ ਤੱਕ ਇੱਕ ਸਿੰਗਲ ਪ੍ਰਦਰਸ਼ਨ ਨਹੀਂ ਕਰਿਆ, 1% ਸੰਘਰਸ਼ ਨਹੀਂ ਕਰਿਆ ਛਾਤਰ ਰਾਜਨੀਤੀ ਲਈ ਜਾਂ ਛਾਤਰਾਂ ਦੇ ਹੱਕਾਂ ਲਈ? ਤਾਂ ਕਿਉਂ ਬਣਗੇ? ਕਿਉਂ? ਐਸਾ ਕੀ ਖਾਸ ਹੋ ਗਿਆ ਉਹਦੇ ਵਿੱਚ? ਨਾਲੇ ਉਹ ਕੈਂਡੀਡੇਟ ਜਿਹੜਾ ਲਾਇਆ ਗਿਆ ਹੈ, ਕਿਸ ਆਧਾਰ 'ਤੇ ਲਾਇਆ ਗਿਆ? ਮੈਂ ਨੀਰਜ ਕੁੰਦਨ ਤੋਂ ਪੁੱਛੂੰਗਾ ਕਿ ਕਿਸ ਆਧਾਰ 'ਤੇ ਕਿਹਨੂੰ ਪੁੱਛਿਆ ਗਿਆ ਹੈ ਨਾ? ਇਹ ਪੂਰੀ ਪੰਜਾਬ ਦੀ ਲੀਡਰਸ਼ਿਪ, ਚੰਡੀਗੜ੍ਹ ਦੀ ਲੀਡਰਸ਼ਿਪ ਹੈਰਾਨ ਹੈ ਕਿ ਚਲੋ ਮੰਨ ਲਿਆ ਨੀਰਜ ਕੁੰਦਨ ਨੈਸ਼ਨਲ ਪ੍ਰਧਾਨ ਹੈ, ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਇੱਕ NSOE ਦਾ ਡਿਕਟੇਟਰ ਹੈ। NSOE ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ, ਨਾ ਹੀ ਨੀਰਜ ਕੁੰਦਨ ਦੀ, ਨਾ ਹੀ ਹੁਸੈਨ ਸੁਲਤਾਨੀਆ ਦੀ ਪਰਸਨਲ ਪ੍ਰੋਪਰਟੀ ਹੈ। ਇਹ ਇੰਦਰਾ ਗਾਂਧੀ ਜੀ ਨੇ ਬਣਾਈ ਸੀ, ਇਹ ਰਾਹੁਲ ਗਾਂਧੀ ਜੀ ਦੀ ਪਾਰਟੀ ਹੈ। ਰਾਹੁਲ ਗਾਂਧੀ ਜੀ ਦੀ ਸੋਚ ਦੇ ਨਾਲ, ਉਹਨਾਂ ਦੀ ਵਿਚਾਰਧਾਰਾ ਦੇ ਨਾਲ ਅਸੀਂ ਜੁੜੇ ਹਾਂ, ਨਾ ਕਿ ਕੁੰਦਨ ਦੀ ਤੇ ਹੁਸੈਨ ਸੁਲਤਾਨੀਏ ਦੀ। ਨਾਲੇ ਦੂਜੀ ਗੱਲ ਮੈਂ ਕਰਾਂ, ਇੱਥੇ ਬੜੇ ਵੱਡੇ ਕਾਲਜ ਵੀ ਹੈ, SD ਕਾਲਜ ਹੈ, DAV ਕਾਲਜ ਹੈ, ਖਾਲਸਾ ਕਾਲਜ ਹੈ। ਕਿ ਕੁੰਦਨ ਨੇ ਜਾ ਕੇ ਉੱਥੇ ਅੱਜ ਤੱਕ ਇੱਕ ਸਿੰਗਲ ਮੀਟਿੰਗ ਵੀ ਲਈ ਕਾਲਜਾਂ ਦੇ ਵਿੱਚ? ਉੱਥੇ NSOE ਦਾ ਇਹ ਦੇਖਿਆ ਕਿ ਉੱਥੇ NSOE ਇੱਕ ਪ੍ਰਧਾਨ ਦੀ ਛੱਡੋ, ਜੁਆਇੰਟ ਸੈਕਟਰੀ ਦੀ ਸੀਟ ਵੀ ਉੱਥੇ ਲੜਦੀ ਹੈ? ਕਿਉਂ ਇਕੱਲੀ ਯੂਨੀਵਰਸਿਟੀ ਦੇ ਇੰਚਾਰਜ ਥੋੜ੍ਹੀ ਸੀਗੇ, ਪੂਰੇ ਇੱਥੇ ਕਾਲਜ ਆਉਂਦੇ ਹੈ, ਕਾਲਜਾਂ ਦੇ ਵਿੱਚ ਵੀ NSOE ਹੋਣੀ ਚਾਹੀਦੀ ਹੈ। ਫਿਰ
ਉੱਥੇ ਕਿਉਂ ਨਹੀਂ ਮੀਟਿੰਗਾਂ ਕਰੀਆਂ? ਸਾਰਾ ਤੁਸੀਂ ਯੂਨੀਵਰਸਿਟੀ ਦੇ ਉੱਤੇ ਕਰ ਰਹੇ ਹੋ। ਨਾਲੇ ਹੁਸੈਨ ਸੁਲਤਾਨੀਆ ਇੱਥੇ ਦਾ ਕੋਈ ਛਾਤਰ ਨਹੀਂ ਹੈ, ਇੱਥੇ ਕੋਈ ਬਹੁਤ 1-2 ਸਾਲ 3 ਸਾਲ ਤੋਂ ਨਹੀਂ ਆ ਰਿਹਾ। ਜਿਹੜਾ ਇੱਥੇ ਦਾ ਉਹ ਸਭ ਕੁਝ ਹੈ। ਕਿਹੜਾ ਬੱਚਾ ਜਿਹੜਾ ਹੁਸੈਨ ਸੁਲਤਾਨੀਆ ਨੂੰ ਜਾਣਦਾ? 15-20 ਦਿਨ ਪਹਿਲਾਂ ਆ ਕੇ ਇੰਡੇਵਰਾਂ 'ਚ ਘੁੰਮ ਕੇ ਗੱਡੀਆਂ ਪਿੱਛੇ ਦੇਤੀਆਂ ਇੱਕ ਗਰੁੱਪ ਨੇ 5-7, ਉਹਦੇ 'ਚ ਗੇੜੇ ਮਾਰੀ ਜਾਂਦਾ, ਕਦੀ ਇੱਧਰ ਨੂੰ ਮਾਰੀ ਜਾਂਦਾ, ਕਦੀ ਉੱਧਰ ਨੂੰ ਮਾਰੀ ਜਾਂਦਾ। ਮੰਨ ਲਿਆ ਕਿ ਇੰਚਾਰਜ ਹੈ, ਜਾਂ ਤਾਂ ਇੰਚਾਰਜਾਂ ਵਾਲੇ ਕੰਮ ਕਰ, ਹੈ ਨਾ। ਮੈਂ ਇੱਕ ਫੋਲੋਅਪ ਕੁਐਸਚਨ ਲੈਣਾ ਚਾਹੀਦਾ, ਪਰ ਪਾਰਟੀ ਦਾ ਇਲਜ਼ਾਮ ਤਾਂ ਇਹੀ ਹੈ ਨਾ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਤਾਂ ਤੁਸੀਂ ਕ੍ਰਾਸ ਵੋਟਿੰਗ ਕਰਾਈ। ਇਹ ਇਲਜ਼ਾਮ ਕਿੰਨਾ ਕੁ ਸਹੀ ਹੈ ਕਿ ਤੁਸੀਂ ਕ੍ਰਾਸ ਵੋਟਿੰਗ ਕਰਾਈ ਹੈ? ਕ੍ਰਾਸ ਵੋਟਿੰਗ ਦਾ ਮੈਨੂੰ ਨਹੀਂ ਪਤਾ। ਮੈਂ ਪ੍ਰਧਾਨ ਦੀ ਵੋਟ ਨਹੀਂ ਮੰਗੀ, ਨਾ ਮੈਂ ਮੰਗਾ। ਮੈਂ 4 ਸਾਲ ਤੋਂ ਮਿਹਨਤ ਕਰ ਰਿਹਾ, ਹੈ ਨਾ। ਜਾਂ ਮੇਰੇ 'ਚ ਕਮੀ ਕੋਈ ਹੈ ਤੁਸੀਂ ਦੱਸੋ, ਇਸ ਆਧਾਰ 'ਤੇ ਮੈਨੂੰ ਤੁਸੀਂ, ਹੈ ਨਾ, ਮੈਨੂੰ ਕੈਂਡੀਡੇਟ ਨਹੀਂ ਲਾਇਆ। ਜਾਂ ਇੱਕ ਮੈਂ ਨਾ ਰੀਜ਼ਨ ਪੁੱਛਿਆ, ਹੁਸੈਨ ਤੋਂ ਵੀ ਪੁੱਛਿਆ, ਮੈਂ ਕੁੰਦਨ ਤੋਂ ਵੀ ਪੁੱਛਿਆ। ਮੈਂ ਕਿਹਾ ਇੱਕ ਸਿੰਗਲ ਰੀਜ਼ਨ ਦੇ ਦਿਓ, ਜਾਂ ਸੰਘਰਸ਼ ਦੇ ਵਿੱਚ ਕਮੀ ਕੱਢ ਦਿਓ। ਲਾਅ ਡਿਪਾਰਟਮੈਂਟ ਹੈ, ਹਰ ਇੱਕ ਡਿਪਾਰਟਮੈਂਟ ਕੱਲੀ 50 ਜਣਿਆਂ ਦੀ 100 ਜਣਿਆਂ ਦੀਆਂ ਟੀਮਾਂ ਮੇਰੇ ਕੋਲ। ਕਿਸ ਆਧਾਰ 'ਤੇ ਮੈਨੂੰ ਤੁਸੀਂ ਪ੍ਰਧਾਨ ਨਹੀਂ ਲਾ ਰਹੇ? ਉਹਨਾਂ ਕੋਲ ਰੀਜ਼ਨ ਨਹੀਂ ਸੀਗਾ। ਕਹਿੰਦਾ ਯਾਰ ਮੇਰੇ लिए प्लीज़ सेक्रीफाइस कर दो, मेरे लिए सेक्रीफाइस कर दो, तेरे को पंजाब में ये बना दूंगा, तेरे को नेशनल बॉडी में मैं ये ला दूंगा, वो ला दूंगा। पर ਆਪਾਂ ਨੂੰ ਕੋਈ ਨਹੀਂ। ਮੈਂ ਪ੍ਰਧਾਨ ਦੀ ਵੋਟ ਨਹੀਂ ਮੰਗੀ, ਥੱਲੇ ਵਾਲੇ ਤਿੰਨੋਂ ਬੰਦਿਆਂ ਦੀ ਵੋਟ ਮੰਗੀ ਹੈ। ਤੁਸੀਂ ਮੰਨ ਲਓ ਤੁਸੀਂ 4 ਸਾਲ ਤੋਂ ਮਿਹਨਤ ਕਰ ਰਹੇ ਹੋ ਤਾਂ ਤੁਹਾਡਾ ਹੱਕ ਕਿਸੇ ਨੂੰ ਦੇ ਤਾਂ ਤੁਸੀਂ ਕਰੋਗੇ? ਜਾਂ ਤਾਂ ਹੈ ਨਾ ਤੁਸੀਂ ਇਨਸਾਫ ਕਰੋ, ਮੈਨੂੰ ਰੀਜ਼ਨ ਦੇ ਦਿੰਦੇ ਇੱਕ ਕਿ ਇਸ ਰੀਜ਼ਨ ਕਰਕੇ ਰਾਜਕਰਨ ਤੈਨੂੰ ਆਪਾਂ ਪ੍ਰਧਾਨ ਨਹੀਂ ਲਾ ਰਹੇ ਹੈਗੇ, ਉਹ ਵੈਲਿਡ ਰੀਜ਼ਨ ਦਿੰਦੇ। ਇਹ ਮੁੱਦੇ ਤੁਸੀਂ ਆਪਣੀ ਪਾਰਟੀ ਮੀਟਿੰਗ 'ਚ ਰੱਖ ਸਕਦੇ ਹੋ। ਪਰ ਆਪਾਂ ਇੱਕ ਗੱਲ ਕਰਾਂਗੇ ਕਿ NSUI ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਐਲੀਗੇਸ਼ਨ ਲੱਗਦਾ ਕਿ NSUI 'ਚ ਸਭ ਤੋਂ ਜ਼ਿਆਦਾ ਗਰੁੱਪਿਜ਼ਮ ਹੈ। ਪਹਿਲਾਂ 4 ਗਰੁੱਪ ਮੰਨੇ ਜਾਂਦੇ ਸੀ, ਇਸ ਵਾਰ ਤਾਂ ਦੇਖਿਆ ਕਿ 7-8 ਗਰੁੱਪ ਇੱਥੇ ਮੌਜੂਦ ਸੀਗੇ। ਤਾਂ ਕਿਤੇ ਨਾ ਕਿਤੇ ਗਰੁੱਪਿਜ਼ਮ ਰੀਜ਼ਨ ਸੀ ਉਸ ਗੱਲ ਦਾ ਕਿ ਵੋਟਿੰਗ ਜਾਂ ਇੱਧਰ ਉੱਧਰ ਹੋਈ, ਜਾਂ ਜੋ ਵੀ ਤੁਹਾਡੇ ਇਹ ਟਰਮੀਨੇਸ਼ਨ ਲੈਟਰ ਆਏ ਨੇ। ਦੇਖੋ ਜੀ, ਗਰੁੱਪਿਜ਼ਮ ਕਿਸੇ ਵੀ ਚੀਜ਼ ਦਾ ਤੁਸੀਂ ਆਧਾਰ ਨਹੀਂ ਬਣਾ ਸਕਦੇ, ਠੀਕ ਹੈ। ਗਰੁੱਪਿਜ਼ਮ ਤੁਸੀਂ ਉਦੋਂ ਹੀ ਆਧਾਰ ਬਣਾ ਸਕਦੇ ਹੋ ਜਦੋਂ ਤੁਹਾਡੇ ਕੋਲ ਕੋਈ ਬੇਸ ਹੋਵੇ ਜਾਂ ਤੁਹਾਡੇ ਕੋਲ ਕੋਈ ਪ੍ਰੂਫ ਹੋਵੇ, ਠੀਕ ਹੈ ਜੀ। ਜਿੰਨੇ ਵੀ ਗਰੁੱਪ ਦੇ ਜਿੰਨੇ ਵੀ ਮੇਨ ਲੀਡਰ ਸੀਗੇ, ਕਿਸੇ ਨੇ ਵੀ ਕੋਈ ਇੱਦਾਂ ਦੀ ਦੋਗਲੀ ਗੱਲ ਨਹੀਂ ਕੀਤੀ ਕਿ ਆਹ ਬੰਦੇ ਨੂੰ ਵੋਟ ਪਾਓ ਜਾਂ ਬਾਕੀ ਬੰਦਿਆਂ ਨੂੰ ਵੋਟ ਨਾ ਪਾਓ। ਰਹੀ ਗੱਲ ਗਰੁੱਪਿਜ਼ਮ ਦੀ, ਬਹੁਤ ਸਾਰੇ ਬੰਦੇ ਇਹ ਕਹਿੰਦੇ NSUI ਦੇ ਵਿੱਚ ਗਰੁੱਪਿਜ਼ਮ ਹੈ। ਪਹਿਲੀ ਗੱਲ ਤਾਂ ਮੈਂ NSUI ਨੂੰ ਡਿਫੈਂਡ ਨਹੀਂ ਕਰਨਾ ਚਾਹੂੰਗਾ, ਠੀਕ ਹੈ ਜੀ, ਕਿਉਂਕਿ ਨਾ ਇਹ ਜਿੱਦਾਂ ਬਾਕੀਆਂ ਨੇ ਕਿਹਾ ਕਿਸੇ ਦੀ ਪਰਸਨਲ ਪ੍ਰੋਪਰਟੀ ਹੈ, ਨਾ ਮੈਂ ਇਹਨੂੰ ਆਪਣੀ ਪ੍ਰੋਪਰਟੀ ਬਣਾਉਣਾ ਚਾਹੁੰਦਾ, ਠੀਕ ਹੈ। ਅਤੇ ਗਰੁੱਪਿਜ਼ਮ ਹਰ ਇੱਕ ਪਾਰਟੀ ਦੇ ਵਿੱਚ ਆਉਣਾ ਹੈ, ਚਾਹੇ ਉਹ ਨੈਸ਼ਨਲ ਪਾਰਟੀ ਹੈ, ਚਾਹੇ ਉਹ ਸਟੇਟ ਪਾਰਟੀ ਹੈ, ਚਾਹੇ ਉਹ ਯੂਨੀਵਰਸਿਟੀ ਦੀ ਪਾਰਟੀ ਹੈ। ਜਦ ਪਰਸਨਲ ਐਸਪੀਰੇਸ਼ਨਸ ਬੰਦਿਆਂ ਦੀ, ਜਿਹੜੇ ਬੰਦੇ ਉਹਦੇ ਵਿੱਚ ਜੁੜੇ ਹੁੰਦੇ, ਉਹ ਹੱਦ ਤੋਂ ਵੱਧ ਜਾਂਦੀਆਂ, ਉਹ ਤੋਂ ਬਾਅਦ ਗਰੁੱਪਿਜ਼ਮ ਆਉਣਾ ਲਾਜ਼ਮੀ ਹੈ, ਠੀਕ ਹੈ ਜੀ। ਇਸ ਕਰਕੇ ਗਰੁੱਪਿਜ਼ਮ ਆ ਰਿਹਾ, ਉਸ ਕਰਕੇ ਪਾਰਟੀ ਹਾਰ ਰਹੀ ਹੈ। ਇਹ ਤਾਂ ਯਾਰ ਫਿਰ ਉਹ ਗੱਲ ਹੋ ਗਈ ਕਿ ਹਾਂ ਤੁਸੀਂ ਆਪਣੀ ਜਿੱਤ ਦਾ ਜਾਂ ਹਾਰ ਦਾ ਸਿਹਰਾ ਜਿਹੜਾ ਕਿਸੇ ਹੋਰ ਦੇ ਸਿਰ ਪਰ ਮੜ ਰਹੇ ਹੋ। ਜੇ ਗਰੁੱਪਿਜ਼ਮ ਸੀਗਾ ਤਾਂ ਫਿਰ ਤੁਸੀਂ ਉਹ ਪ੍ਰਧਾਨ ਕਿਉਂ ਲਾਇਆ? ਤੁਸੀਂ ਪਹਿਲਾਂ ਗਰੁੱਪਿਜ਼ਮ ਨੂੰ ਖਤਮ ਕਰ ਦੇ। ਗਰੁੱਪਿਜ਼ਮ ਨੂੰ ਖਤਮ ਕਰਨੇ ਦਾ ਇਹ ਤਰੀਕਾ ਥੋੜ੍ਹੀ ਹੈ ਕਿ ਤੁਸੀਂ ਇਕੱਲੇ ਲੜ ਕੇ ਅੜ ਕੇ ਤੁਸੀਂ ਪ੍ਰਧਾਨ ਲਵਾਓਗੇ ਤਾਂ ਉਹ ਤੋਂ ਬਾਅਦ ਤੁਸੀਂ ਪ੍ਰਧਾਨ ਜਿਤਾਓਗੇ। ਗਰੁੱਪਿਜ਼ਮ ਨੂੰ ਖਤਮ ਕਰਨੇ ਦਾ ਤਰੀਕਾ ਇਹ ਹੈ ਕਿ ਤੁਸੀਂ ਸਾਰੇ ਗਰੁੱਪਸ ਨੂੰ ਕੌਨਫੀਡੈਂਸ ਦੇ ਵਿੱਚ ਲਓ, ਉਹਨਾਂ ਦੇ ਲੀਡਰਸ ਦੇ ਨਾਲ ਬੈਠੋ, ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ, ਸਾਰੇ ਬੰਦਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਪੂਰੀ ਪਾਰਟੀ ਨੂੰ ਨਾਲ ਤੋਰੋ। ਇਹ ਨਹੀਂ ਕਿ ਗਰੁੱਪਿਜ਼ਮ ਹੈ ਇਸ ਕਰਕੇ ਪਾਰਟੀ ਹਾਰ ਗਈ। ਬਾਅਦ ਦੇ ਵਿੱਚ ਗੱਲਾਂ ਬਹੁਤ ਬਣਾ ਲੈਂਦੇ ਨੇ। 50 ਬੰਦੇ ਆਉਣਗੇ, 50 ਮੂੰਹ ਨੇ 50 ਗੱਲਾਂ ਹੋਣਗੀਆਂ, ਲੇਕਿਨ ਇੱਕ ਰੀਜ਼ਨ ਕਰਕੇ ਕਦੇ ਵੀ ਇੱਕ ਪੂਰੀ ਪਾਰਟੀ 1300-1400 ਵੋਟ ਤੋਂ ਇਲੈਕਸ਼ਨ ਨਹੀਂ ਹਾਰਦੀ। ਸਮਝ ਗਏ ਜੀ? ਠੀਕ ਹੈ। ਅਗਲਾ ਕੁਐਸਚਨ ਰਾਹੁਲ ਮੈਂ ਤੁਹਾਡੇ ਤੋਂ ਲੈ ਲੈਣਾ ਕਿ ਇਹੀ ਗੱਲ ਕੀਤੀ ਜਾਂਦੀ ਹੈ ਕਿ 75-25 ਦਾ ਜਿਹੜਾ ਅੰਕੜਾ ਉਹ NSUI 'ਚ ਚੱਲਦਾ ਹੈ ਕਿ NSUI ਕਦੇ ਇੱਕ ਸੀਟ ਜਿੱਤਦੀ ਹੈ 3 ਹਾਰ ਜਾਂਦੀ ਹੈ, 3 ਜਿੱਤਦੀ ਹੈ ਤੇ 1 ਹਾਰ ਜਾਂਦੀ ਹੈ। ਤਾਂ ਇਹ ਕਿਤੇ ਆਪਾਂ ਦੇਖੀਏ ਕਿ ਇਸ ਵਾਰ ਵੀ ਇਹ ਥੋੜ੍ਹਾ ਦੇਖਣ ਨੂੰ ਮਿਲਿਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, 75-25, 50-50, 25-75 ਤੁਸੀਂ ਜੋ ਵੀ ਕਹਿ ਲਓ, ਇੱਕ ਇੰਚਾਰਜ ਨੂੰ ਅਗਰ ਤੁਸੀਂ ਕੈਂਪਸ 'ਚ ਭੇਜਿਆ ਜਾਂਦਾ, ਉਹਨੂੰ ਇੰਚਾਰਜ ਨੇ ਆ ਕੇ ਇੱਥੇ ਵੋਟਾਂ ਤਾਂ ਮੰਗਣੀਆਂ ਨਹੀਂ, ਤਾਂ NSUI ਦਾ ਕਾਡਰ। ਇੰਚਾਰਜ ਦਾ ਕੰਮ ਕੀ ਹੁੰਦਾ? ਜਿਹੜੇ ਗਰੁੱਪਿਜ਼ਮ ਉਹਨੂੰ ਇਕੱਠਾ ਕਰਨਾ, ਪਾਰਟੀ ਨੂੰ ਇਕੱਠੀ ਤਰ੍ਹਾਂ ਲੜਾਉਣਾ। ਤੁਹਾਡੇ ਹੀ ਚੈਨਲ 'ਤੇ ਇੰਟਰਵਿਊ ਦੇ ਕੇ ਸ਼ਾਇਦ ਸਾਡੇ ਇੰਚਾਰਜ ਨੇ ਕਿਹਾ ਸੀ ਕਿ ਕੋਈ ਗਰੁੱਪਿਜ਼ਮ ਨਹੀਂ, ਸਾਰੀ ਪਾਰਟੀ ਇਕੱਠੀ ਹੈ। ਤਾਂ ਲੈਣ ਹੁਣ ਬਲੇਮ, ਸਸਪੈਂਡ ਇੰਚਾਰਜ ਨੂੰ ਹੋਣਾ ਚਾਹੀਦਾ। ਰਹਿ ਗਈ 75-25 ਦੀ ਗੱਲ। ਚਾਰੇ ਜਾਣੇ ਉਦੋਂ ਇਕੱਠੇ ਮੰਨੇ ਜਾਂਦੇ ਜਦੋਂ ਚਾਰੀਆਂ ਚੀਜ਼ਾਂ ਇਕੱਠੀਆਂ ਹੋਣ। ਜਦੋਂ ਤੁਸੀਂ ਇੱਕ ਕੈਂਡੀਡੇਟ ਨੂੰ ਬਿਨਾਂ ਕਿਸੇ ਪੁੱਛੇ ਅਨਾਊਂਸ ਕਰਤਾ ਤਾਂ ਉਹ ਤਾਂ ਤੁਸੀਂ ਆਪਣੇ ਆਪ ਹੀ ਗਰੁੱਪਿਜ਼ਮ ਦਿਖਾਤਾ। 75-25 ਕਿਸੇ ਹੋਰ ਨੇ ਤਾਂ ਨਹੀਂ ਕਿਹਾ। ਜਦੋਂ ਤੁਸੀਂ ਇੱਕ ਪ੍ਰਧਾਨ ਦੇ ਕੈਂਡੀਡੇਟ ਨੂੰ ਇਕੱਲਾ ਹੀ ਬਾਕੀ ਕੈਂਡੀਡੇਟਸ ਨਾਲੋਂ ਅਨਾਊਂਸ ਕਰ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਬਾਕੀਆਂ ਨਾਲੋਂ ਜ਼ਿਆਦਾ ਸક્ષਮ ਮੰਨਦੇ ਹੋ। ਤੁਸੀਂ ਇਹਦਾ ਮਤਲਬ ਮੰਨਦੇ ਹੋ ਕਿ ਅਸੀਂ ਇਕੱਲਾ ਅਨਾਊਂਸ ਕਰਾ ਲਿਆ, ਅਸੀਂ ਇਕੱਲਾ ਪ੍ਰਧਾਨ ਜਿਤਾ ਸਕਦੇ ਹੋ। ਫਿਰ ਉਸ ਚੀਜ਼ ਦੀ ਜ਼ਿੰਮੇਵਾਰੀ ਵੀ ਇਕੱਲੇ ਚੱਕੋ, ਆਪਣੇ ਆਪ ਨੂੰ ਸਸਪੈਂਡ ਕਰੋ, ਨਾ ਕਿ ਕਿਸੇ ਦੂਜੇ ਉੱਤੇ ਇਸ ਦੀ ਜ਼ਿੰਮੇਵਾਰੀ ਥੋਪੋ। ਰਹੀ ਗੱਲ ਬਾਅਦ ਚੋਂ, ਉਸ ਤੋਂ ਬਾਅਦ ਵੀ ਅਸੀਂ NSUI 'ਚ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਉਹ ਪ੍ਰਧਾਨ ਜਿੱਤ ਜੇ। ਪਰ ਅਗਰ ਕੋਈ ਬੰਦਾ ਕਹਿ ਰਿਹਾ ਹੈ ਕਿ ਮੈਂ ਪ੍ਰਧਾਨ ਨੂੰ ਵੋਟ ਨਹੀਂ ਪਾਉਣੀ, ਮੈਂ ਥੱਲੇ ਵਾਲੇ ਬੰਦਿਆਂ ਨੂੰ ਵੋਟ ਪਾ ਦੇਣੀ ਹੈ, ਤਾਂ ਅਸੀਂ ਉਹਦਾ ਹੱਥ ਫੜ ਕੇ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਵੋਟ ਨਾ ਪਾ, ਤੂੰ ਪ੍ਰਧਾਨ ਨੂੰ ਵੀ ਪਾ।
ਇਹ ਸਟੂਡੈਂਟਸ ਦੀ ਚੋਇਸ ਸੀਗੀ। ਸਟੂਡੈਂਟਸ ਨੇ ਅਗਰ ਪ੍ਰਧਾਨ ਦੇ ਕੈਂਡੀਡੇਟ ਨੂੰ ਨਕਾਰਿਆ ਤਾਂ ਕਿਤੇ ਨਾ ਕਿਤੇ ਆਪਾਂ ਆਪਣੀ ਚੋਇਸ ਦੀ ਗਲਤੀ ਮੰਨੀਏ, ਆਪਾਂ ਆਪਣੇ ਕੈਂਡੀਡੇਟ ਦੀ ਗਲਤੀ ਮੰਨੀਏ, ਆਪਾਂ ਉਹਨਾਂ ਦੀ ਗਲਤੀ ਮੰਨੀਏ ਜਿਸ ਨੇ ਉਸ ਕੈਂਡੀਡੇਟ ਨੂੰ ਲਾਇਆ, ਆਪਾਂ ਉਸ ਇੰਚਾਰਜ ਦੀ ਗਲਤੀ ਮੰਨੀਏ ਜਿਹਨੇ ਉਸ ਨੂੰ ਪ੍ਰਧਾਨ ਬਣਨ ਦੇ ਸક્ષਮ ਸਮਝਿਆ। 8 ਕੈਂਡੀਡੇਟ ਸੀਗੇ ਜਿਨ੍ਹਾਂ ਦੀ ਨੋਮੀਨੇਸ਼ਨ ਪ੍ਰਧਾਨ ਲਈ ਭਰਾ ਰੱਖੀ ਸੀਗੀ ਤੇ 8 ਚੋਂ ਜਿਹੜੇ 7 ਪ੍ਰੋਮੀਨੈਂਟ ਫੇਸ ਸੀ ਪਿਛਲੇ ਸਾਲ ਡੇਢ ਸਾਲ ਤੋਂ ਯੂਨੀਵਰਸਿਟੀ 'ਚ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਕਿਉਂ ਨਹੀਂ ਲਾਇਆ? ਉਹ ਬੰਦੇ ਕੀ ਗੱਲ ਉਹਨਾਂ ਨੂੰ ਸક્ષਮ ਨਹੀਂ ਸਮਝਦੇ ਸੀਗੇ? ਇੱਕ 10 ਦਿਨ ਪਹਿਲਾਂ ਐਡਮਿਸ਼ਨ ਦੇ ਬੰਦੇ ਨੂੰ ਅਗਰ ਤੁਸੀਂ ਪ੍ਰਧਾਨ ਦਾ ਕੈਂਡੀਡੇਟ ਲਾਉਂਦੇ ਹੋ ਤਾਂ ਉਹਦਾ ਆਊਟਕਮ ਤੁਹਾਨੂੰ ਝੱਲਣਾ ਪਏਗਾ। ਤੇ ਉਸ ਮੈਂ ਬਾਰ-ਬਾਰ ਕਹਿਣਾ ਕਿ ਅਗਰ ਜਿੱਤ ਦਾ ਸਿਹਰਾ ਆਪਣੇ ਸਿਰ ਅਗਰ ਪ੍ਰਧਾਨ ਲਾ ਕੇ ਆਪਾਂ ਡਿੰਗਾ ਮਾਰਦੇ ਸੀ ਨਾ, ਆਪਾਂ ਪ੍ਰਧਾਨ ਲਵਾ ਲਿਆ, ਤਾਂ ਅੱਜ ਇਸ ਚੀਜ਼ ਦੀਆਂ ਵੀ ਡਿੰਗਾ ਮਾਰੋ ਕਿ ਅਸੀਂ ਹਾਰ ਗਏ, ਇਹਦੀ ਜ਼ਿੰਮੇਵਾਰੀ ਸਾਡੀ ਹੈ, ਉਹ ਜ਼ਿੰਮੇਵਾਰੀ ਕਿਸੇ ਹੋਰ ਤੇ ਨਾ ਸੁੱਟੋ। ਤਾਂ ਇਸ ਤੋਂ ਪਤਾ ਲੱਗਦਾ ਕਿ ਤੁਸੀਂ ਕਿਸ ਟਾਈਪ ਦੀ ਰਾਜਨੀਤੀ ਕਰਦੇ ਹੋ। ਤੇ ਰਹੀ ਗੱਲ ਗਰੁੱਪਿਜ਼ਮ ਵਾਲੀ, ਉਹ ਤਾਂ ਤੁਸੀਂ ਇੰਚਾਰਜ ਸਾਹਿਬ ਨੂੰ ਜਾ ਕੇ ਪੁੱਛੋ ਕਿ ਤੁਹਾਡੇ ਇੰਟਰਵਿਊ ਤੇ ਉਹਨਾਂ ਨੇ ਕਿਹਾ ਸੀ ਕੋਈ ਗਰੁੱਪਿਜ਼ਮ ਨਹੀਂ ਹੈ, ਮੈਂ ਸਾਰੇ ਗਰੁੱਪ ਇਕੱਠੇ ਕਰਤੇ। ਹੁਣ ਲੈਣ ਇੰਚਾਰਜ ਸਾਹਿਬ ਆਪ ਸਸਪੈਂਡ ਹੋਣ ਜੇ ਕਹਿੰਦੇ ਨੇ ਗਰੁੱਪਿਜ਼ਮ ਕਰਨਾ NSUI ਹਾਰੀ ਹੈ ਤਾਂ। ਠੀਕ ਹੈ। ਅਗਲਾ ਸਵਾਲ ਅਸ਼ੀਸ਼ ਮੇਰਾ ਤੁਹਾਡੇ ਤੋਂ ਇਹ ਰਹੇਗਾ ਕਿ ਹੁਣ NSUI ਚੋਂ ਪਾਰਟੀ ਤੋਂ ਸਸਪੈਂਸ਼ਨ ਲੈਟਰ ਆ ਗਿਆ ਤੇ ਇੱਥੋਂ ਆਪਣਾ ਪੋਲੀਟੀਕਲ ਕਰੀਅਰ ਜਿਹੜਾ ਤੁਹਾਡਾ ਅੱਗੇ ਦਾ ਉਸ ਨੂੰ ਕਿਵੇਂ ਦੇਖਦੇ? जी मैनू लगभग मैं कॉलेज तो जुड़ा हुआ हूँ। कुल्लू कॉलेज 3 साल NSUI 'ਚ ਕੰਮ ਕੀਤਾ, 5 ਸਾਲ ਇੱਥੇ ਕੀਤਾ। NSUI ਦੇ ਲਈ ਬਹੁਤ ਕੰਮ ਕੀਤਾ ਹੈ। ਜਿਹੜਾ ਇਹਨਾਂ ਨੇ ਲੈਟਰ ਨਿਕਾਲਾ ਹੈ, ਮੈਂ ਤੁਹਾਨੂੰ ਕਿਹਾ ਹੈ ਜੇ ਮੈਂ ਮੇਰੇ ਐਲੀਗੇਸ਼ਨ ਸਹੀ ਹੈ ਤਾਂ ਮੈਂ ਰਾਜਨੀਤੀ ਛੱਡ ਦੂੰਗਾ, ਜੇ ਨਹੀਂ ਹੈ ਤਾਂ ਇਹ ਰਾਜਨੀਤੀ ਛੱਡਣ। ਮੈਂ ਆਪਣੀ ਹਿਮਾਚਲ ਵਾਲੀ ਲੀਡਰਸ਼ਿਪ ਨੂੰ, ਟੌਪ ਲੀਡਰਸ਼ਿਪ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿयंका गांधी ਨੂੰ ਵੀ ਰਿਕੁਐਸਟ ਕਰਦਾ ਕਿ ਇਸ ਮਸਲੇ ਨੂੰ ਦੇਖੋ। ਇੱਧਰ ਹਮਾਰੇ ਹਿਮਾਚਲ ਦੇ ਅਧਿਅਕਸ਼ ਸ਼੍ਰੀਮਤੀ ਪ੍ਰਤਿਭਾ ਸਿੰਘ, ਵਿਕਰਮਾदित्य ਸਿੰਘ, ਰਾਜਿੰਦਰ ਰਾਣਾ, ਮੁਕੇਸ਼ ਅਗਨੀਹੋਤਰੀ, ਸੁਖਵਿੰਦਰ ਸਿੰਘ ਸੁੱਖੂ ਔਰ ਅਭਿਸ਼ੇਕ ਰਾਣਾ, ਜਿਨ੍ਹਾਂ ਦਾ ਇਸ ਯੂਨੀਵਰਸਿਟੀ ਨਾਲ ਇੱਕ ਰਿਲੇਸ਼ਨ ਰਹਾ ਹੈ, ਉਹਨਾਂ ਨੂੰ ਮੈਂ ਕਹੂੰਗਾ ਮੇਰਾ ਬੱਲੀ ਵਾਰਿਸ ਕੋਈ ਨਹੀਂ ਹੈ। ਪੋਲਿਟਿਕਸ 'ਚ ਮੇਰੇ ਪਿੱਛੇ ਕਿਸੇ ਲੀਡਰ ਦਾ ਹੱਥ ਨਹੀਂ ਹੈ। ਇੱਥੇ ਮੈਂ ਇੱਕੋ ਇੱਕ ਹਿਮਾਚਲ ਦਾ ਲੀਡਰ ਹੈ NSUI 'ਚ, ਔਰ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਹੈ। ਇਹ ਧੱਕਾ ਤੁਸੀਂ ਦੇਖਣ, ਤੁਸੀਂ ਮੇਰੇ ਲਈ ਕੋਈ ਜੋ ਪਾਰਟੀ ਮੇਰੇ ਨਾਲ ਧੱਕਾ ਕਰ ਰਹੀ ਹੈ ਇਹਦੇ ਲਈ ਮੇਰੇ ਨਾਲ ਖੜੇ ਪਾਰਟੀ। ਮੈਂ NSUI 'ਚ ਇਹੀ ਡਿਮਾਂਡ ਕਰਦਾ, ਅਗਰ ਮੈਂ ਗਲਤ ਹੈ ਤਾਂ ਮੈਂ ਕਹਿੰਦਾ ਜੀ ਮੈਂ ਆਪਣੀ ਪੋਲੀਟੀਕਲ ਕਰੀਅਰ ਹੀ ਛੱਡ ਦੂੰਗਾ। ਜੇ ਮੇਰੇ ਖਿਲਾਫ ਇੱਕ ਵੀ ਐਲੀਗੇਸ਼ਨ ਪ੍ਰੂਫ ਹੋਇਆ ਤਾਂ ਮੈਂ ਪਾਰਟੀ ਛੱਡਾਂਗਾ, ਨਹੀਂ ਤਾਂ ਨੀਰਜ ਕੁੰਦਨ ਤੋਂ ਇਸਤੀਫਾ ਮੰਗੋ, ਹੁਸੈਨ ਸੁਲਤਾਨੀਆ ਤੋਂ ਇਸਤੀਫਾ ਮੰਗੋ। ਬਾਕੀ ਸਾਰੀ ਗੱਲਾਂ ਰਾਹੁਲ ਨੇ, ਮਨਪ੍ਰੀਤ ਨੇ, ਰਾਜ ਕਰਨ ਨੂੰ ਤੁਹਾਨੂੰ ਦੱਸਦੀ ਹੈ। ਧੰਨਵਾਦ। ਠੀਕ ਹੈ ਰਾਜ, ਮੇਰਾ ਤੁਹਾਡੇ ਤੋਂ ਸਵਾਲ ਇਹੀ ਹੈ ਕਿ ਇਸ ਸਾਲ ਤਾਂ ਤੁਹਾਨੂੰ ਜਿਵੇਂ ਕਿ ਪ੍ਰਧਾਨ ਦੀ ਟਿਕਟ ਨਹੀਂ ਮਿਲੀ, ਕਿ ਅਗਲੇ ਸਾਲ ਤੁਸੀਂ ਫਿਰ ਪ੍ਰਧਾਨ ਦੀ ਟਿਕਟ ਲਈ ਦਾਅਵੇਦਾਰੀ ਠੋਕੋਗੇ? ਜਿਹੜਾ ਰਹੀ ਪ੍ਰਧਾਨ ਦੀ ਟਿਕਟ ਦੀ ਗੱਲ, ਮੈਂ ਕਦੇ ਵੀ ਛਾਤਰ ਸੇਵਾ, ਰਾਜਨੀਤੀ ਇਸ ਕਰਕੇ ਨਹੀਂ ਕਰੀ, ਸੈਲਫਿਸ਼ ਮੋਟਿਵ ਨਹੀਂ ਸੀ ਮੇਰਾ ਕਦੇ ਵੀ ਕਿ ਮੈਂ ਟਿਕਟ ਹੀ ਲੈਣੀ ਹੈ ਨਾ। ਮੇਰਾ ਸ਼ੌਂਕ ਹੈ, ਮੇਰਾ ਪੰਜਾਬ ਯੂਨੀਵਰਸਿਟੀ ਨਾਲ, ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਮੇਰਾ ਪਿਆਰ ਹੈ। ਮੈਨੂੰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਚੱਕ ਕੇ ਉਹਨਾਂ ਨੂੰ ਸੋਲਵ ਕਰਾ ਕੇ, ਬੱਚਿਆਂ ਦੇ ਮੁੱਦੇ, ਹੋਸਟਲਾਂ ਦੇ ਜਾਂ ਕੋਈ ਵੀ ਕੰਮ ਹੋਇਆ, ਮੈਨੂੰ ਇਹ ਕਰਕੇ ਖੁਸ਼ੀ ਮਿਲਦੀ ਹੈ। ਅਤੇ ਇੱਕ ਗੱਲ ਹੋਰ, ਮੇਰੇ ਖਿਆਲ ਨਾਲ ਆਪਣਾ ਸਟੂਡੈਂਟਸ ਦੀ ਸੇਵਾ ਕਰਨੇ ਦੇ ਲਈ, ਪੰਜਾਬ ਯੂਨੀਵਰਸਿਟੀ ਦੇ ਛਾਤਰਾਂ ਦੇ ਹੱਕਾਂ ਦੇ ਲਈ ਲੜਨ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਜ਼ਰੂਰੀ ਹੈ ਕਿ ਤੁਹਾਨੂੰ ਕਿਸੇ ਪਾਰਟੀ ਦੇ ਬੈਨਰ ਦੇ ਹੇਠ ਆਉਣਾ ਹੀ ਪਊਗਾ। ਤੁਸੀਂ ਤਾਂ ਹੀ ਕਰ ਸਕਦੇ ਹੋ। ਅਗਰ ਤੁਹਾਡੇ ਅੰਦਰ ਜਨੂਨ ਹੈ, ਤਾਂ ਤੁਹਾਡੀ ਸੱਚੀ ਸ਼ਰਧਾ ਹੈ, ਆਪਣਾ ਯੂਨੀਵਰਸਿਟੀ ਪ੍ਰਤੀ ਤੁਹਾਡਾ ਪਿਆਰ ਹੈ, ਤਾਂ ਤੁਸੀਂ ਹਰ ਇੱਕ ਮੁੱਦਾ ਵੀ ਸੋਲਵ ਕਰਾ ਸਕਦੇ ਹੋ ਅਤੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਛਾਤਰਾਂ ਦੀ ਲੜਾਈ ਹੈ ਉਹ ਵੀ ਤਕੜੇ ਹੋ ਕੇ ਲੜ ਸਕਦੇ ਹੈ। ਅਤੇ ਰਹੀ ਅਗਲੇ ਸਾਲ ਲੜਨ ਦੀ ਗੱਲ, ਮੈਂ ਕੰਮ ਕਰਾਉਂਦਾ ਰਹੂੰਗਾ, ਐਕਟਿਵ ਰਹੂੰਗਾ ਪੂਰਾ ਜਿਵੇਂ ਪਹਿਲਾਂ ਸੀਗਾ। ਪਾਰਟੀ ਦੇ ਕੱਢਣ ਨਾਲ ਮੈਨੂੰ 1% ਵੀ ਫਰਕ ਨਹੀਂ ਪੈਂਦਾ। ਅਗਲੇ ਸਾਲ ਲੜਨਾ ਨਹੀਂ ਲੜਨਾ ਇਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਡਿਸਾਈਡ ਕਰਨਗੇ। ਜੇ ਉਹ ਕਹਿਣਗੇ ਕਿ ਲੜ, ਤੂੰ ਸਾਡੇ ਕੰਮ ਕਰਾਉਂਦਾ ਹੈ, ਤੂੰ ਅੱਗੇ ਹੋ ਕੇ ਸਾਡੀ ਲੜਾਈ ਲੜਦਾ ਹੈ, ਤਾਂ ਲੜੂੰਗਾ। ਅਗਰ ਪੰਜਾਬ ਯੂਨੀਵਰਸਿਟੀ ਦਾ ਛਾਤਰ ਕਹੂਗਾ ਕਿ ਤੂੰ ਨਾ ਲੜ, ਤਾਂ ਮੈਂ ਨਹੀਂ ਲੜੂੰਗਾ। ਧੰਨਵਾਦ। ਠੀਕ ਹੈ। ਇਹ ਰਾਹੁਲ, ਮੇਰਾ ਤੁਹਾਡੇ ਤੋਂ ਵੀ ਸਵਾਲ ਹੈ, ਜਿਵੇਂ ਕਿ ਆਪਾਂ 2022 'ਚ ਪੰਜਾਬ ਇਲੈਕਸ਼ਨ ਵੀ ਹੋਏ, ਤੁਸੀਂ ਉੱਥੇ ਵੀ ਪੂਰਾ ਐਕਟਿਵ ਦਿਖੇ, ਪਰ ਹੁਣ NSUI ਨੇ ਤਾਂ ਸਸਪੈਂਸ਼ਨ ਲੈਟਰ ਜਾਰੀ ਕਰਤਾ, ਤਾਂ ਆਪਣਾ ਅੱਗੇ ਪੋਲੀਟੀਕਲ ਕਰੀਅਰ ਕਿਵੇਂ ਦੇਖਦੇ ਹੋ? ਕੀ ਕਿਸੇ ਹੋਰ ਪਾਰਟੀ ਨਾਲ ਐਸੋਸੀਏਟ ਹੋਵੋਗੇ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਕਿ NSUI ਕਿਸੇ ਦੀ ਪਰਸਨਲ ਜਾਗੀਰ ਨਹੀਂ ਹੈਗੀ। ਅਗਰ ਉਸ ਲੈਟਰ ਪੈਡ ਤੇ ਨੀਚੇ ਮੇਰੇ ਖਿਆਲ ਕਿ NSUI ਨੈਸ਼ਨਲ ਸੈਕਟਰੀ ਦੇ ਸਾਈਨ ਸੀ, ਇਹਦਾ ਮਤਲਬ ਕਿ ਸਾਨੂੰ ਕਾਂਗਰਸ ਪਾਰਟੀ ਨੇ ਨਕਾਰਿਆ, ਕਿਸੇ ਨੇ ਨਕਾਰਿਆ। ਅਸੀਂ ਆਪਣੀ ਜਿਹੜੀ ਗੱਲ ਨੂੰ ਹਾਇਰ ਅਥਾਰਟੀਜ਼ ਤੱਕ, ਹਾਇਰ ਕਮਾਂਡ ਤੱਕ ਵੀ ਲੈ ਕੇ ਜਾਵਾਂਗੇ। ਦੇਖੋ, ਪਾਰਟੀ ਨੇ ਸਸਪੈਂਡ ਆਰਡਰ ਕਰਤਾ, ਉਹਦੇ ਬੇਸਿਸ ਤੋਂ ਦੱਸਣ ਸਾਨੂੰ। ਮੈਂ ਉਸ ਤੱਕ ਉਸ ਲੈਟਰ ਨੂੰ ਸਵੀਕਾਰ ਨਹੀਂ ਕਰਤਾ ਜਦ ਤੱਕ ਸਾਡਾ ਕਸੂਰ ਨਹੀਂ ਦੱਸਿਆ ਜਾਂਦਾ, ਜਦ ਤੱਕ ਸਾਡੇ ਤੋਂ ਕਲੈਰੀਫਿਕੇਸ਼ਨ ਨਹੀਂ ਲਈ ਜਾਂਦੀ। ਹਰ ਇੱਕ ਪਾਰਟੀ ਦਾ ਇੱਕ ਡੈਕੋਰਮ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਸਸਪੈਂਡ ਕਰਦੇ ਉਹਨੂੰ ਸ਼ੋਅ ਕਾਜ਼ ਲੈਟਰ ਜਾਂ ਉਹਦੇ 'ਤੇ ਕਮੇਟੀ ਬਿਠਾ ਕੇ ਉਹਨਾਂ ਕੋਈ ਕੁਐਸਚਨ ਕੀਤਾ ਜਾਂ ਪੁੱਛਿਆ ਜਾਵੇ। ਸਾਡੇ ਨਾਲ ਤਾਂ ਉਹੀ ਨਹੀਂ ਕੀਤਾ। ਸੋ ਮੈਂ ਨਹੀਂ ਮੰਨਦਾ ਆਪਣੇ ਆਪ ਨੂੰ ਕਿ NSUI 'ਚੋਂ ਮੈਨੂੰ ਕੋਈ ਸਸਪੈਂਡ ਕਰ ਸਕਦਾ ਹੈ, ਅਤੇ ਨਾ ਹੀ ਮੈਂ ਕੋਈ ਉਸ ਜਿਹੜਾ 3-4 ਮਹੀਨੇ ਲਈ ਕੋਈ ਇੰਚਾਰਜ ਆ ਕੇ ਇਸ ਯੂਨੀਵਰਸਿਟੀ 'ਚ, ਜੇ ਮੈਂ ਪਿਛਲੇ 2-2.5 ਸਾਲ 'ਚ NSUI ਦਾ ਬੋਝ ਲੈ ਕੇ ਇਸ ਯੂਨੀਵਰਸਿਟੀ 'ਚ ਘੁੰਮ ਰਿਹਾ ਸੀਗਾ ਅਤੇ ਕਿਤੇ 3-4 ਮਹੀਨੇ ਨਾਲ ਜਿਹੜਾ ਕੋਈ
ਯੂਨੀਵਰਸਿਟੀ 'ਚ ਇੰਚਾਰਜ ਆਇਆ ਉਹ ਮੈਨੂੰ ਸਸਪੈਂਡ ਕਰਨ ਦਾ ਕਾਬਿਲ ਨਹੀਂ ਆ, ਮੈਂ ਉਹਨੂੰ ਇਸ ਚੀਜ਼ ਦਾ ਹੱਕਦਾਰ ਨਹੀਂ ਮੰਗਦਾ। ਉਹਨੂੰ ਚਾਹੀਦਾ ਸੀ ਅਗਰ ਉਹ ਜਿੱਤ ਦਾ ਸ਼੍ਰੇ ਲੈਣਾ ਚਾਹੁੰਦਾ ਤਾਂ ਹਾਰ ਦੀ ਜ਼ਿੰਮੇਵਾਰੀ ਵੀ ਲਵੇ। ਰਹੀ ਗੱਲ ਕਿਸੇ ਹੋਰ ਪਾਰਟੀ ਜਾਣ ਦੀ ਗੱਲ, ਸਦਾ ਤੋਂ ਕਾਂਗਰਸਮੈਨ ਰਹੇ ਆ ਅਤੇ ਕਾਂਗਰਸ ਨਾਲ ਜੁੜੇ ਰਵਾਂਗੇ। ਇਹ ਤਾਂ ਵਹਿਮ ਕੱਢਦੇ ਕਿ NSU 'ਚ ਕੋਈ ਸਾਨੂੰ ਕੱਢ ਸਕਦਾ। ਠੀਕ ਹੈ ਮਨਪ੍ਰੀਤ, ਤੁਸੀਂ ਜਿਵੇਂ ਕਿ ਕਿਹਾ ਤੁਹਾਡਾ ਆਖਰੀ ਇਲੈਕਸ਼ਨ ਸੀ, ਤੁਸੀਂ ਯੂਨੀਵਰਸਿਟੀ ਦੀ ਰਾਜਨੀਤੀ ਜਾਂ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਾਲ ਐਸੋਸੀਏਟ ਨਹੀਂ ਹੋਵੋਗੇ, ਤਾਂ ਤੁਸੀਂ ਕੀ ਰਾਜਨੀਤੀ ਛੱਡ ਰਹੇ ਹੋ? ਦੇਖੋ ਜੀ, ਮੈਂ ਇਹ ਗੱਲ ਜ਼ਰੂਰ ਕਹੀ ਕਿ ਮੈਂ ਰਾਜਨੀਤੀ ਨਾਲ ਐਸੋਸੀਏਟ ਨਹੀਂ ਹੋਊਂਗਾ, ਲੇਕਿਨ ਮੈਂ ਇੱਕ ਚੀਜ਼ ਯੂਜ਼ ਕੀਤੀ ਹੈ, ਤੁਸੀਂ ਵਾਪਸ ਵੀ ਦੇਖ ਲਿਓ ਕਿ ਸ਼ਾਰਟ ਟਰਮ ਦੇ ਵਿੱਚ ਮੇਰਾ ਇੱਦਾਂ ਦਾ ਕੋਈ ਪਲਾਨ ਨਹੀਂ ਹੈ। ਕੱਲ੍ਹ ਨੂੰ, ਕਿਉਂਕਿ ਆਈ ਨੋ ਪੋਲੀਟਿਕਸ ਰਨਸ ਦਿਸ ਨੇਸ਼ਨ, ਠੀਕ ਹੈ, ਕੱਲ੍ਹ ਨੂੰ ਅਗਰ ਮੇਰਾ ਕਿਰਦਾਰ ਇੰਨਾ ਕੁ ਵੱਡਾ ਹੋਇਆ ਕਿ ਮੈਂ ਕਿਤੇ ਖੁਦ ਨੂੰ ਕਾਬਿਲ ਸਮਝਦਾ ਹੋਇਆ ਕਿ ਮੈਂ ਲੈਜਿਸਲੇਟਿਵ ਅਸੈਂਬਲੀ ਦੇ ਜਾਂ ਰੱਬ ਕਰੇ ਪਾਰਲੀਮੈਂਟ ਦੇ ਇਲੈਕਸ਼ਨ ਲੜਨ ਜੋਗਾ ਹੋਇਆ ਤਾਂ ਮੈਂ ਜ਼ਰੂਰ ਲੜੂੰਗਾ। ਬਟ ਫॉर द ਨੀਅਰ ਫਿਊਚਰ ਦਿਸ ਇਜ਼ ਨਾਟ ਮਾਈ ਪਲਾਨ, ਦਿਸ ਵਾਜ਼ ਨੈਵਰ ਮਾਈ ਪਲਾਨ। ਮਾਈ ਪਲਾਨ ਵਾਜ਼ ਜਸਟ ਟੂ ਗਿਵ ਅਨਦਰ ਕੈਂਡੀਡੇਟ ਅਨਦਰ ਚਾਂਸ, ਠੀਕ ਹੈ। ਅਤੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਦੀ ਪੂਰੀ ਤਰ੍ਹਾਂ, ਮਤਲਬ ਮੈਂ ਪੂਰੀ ਤਰ੍ਹਾਂ ਸੈਟਿਸਫਾਈਡ ਹਾਂ, ਮੈਂ ਸੰਤੁਸ਼ਟ ਹਾਂ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਤਹੇ ਦਿਲ ਨਾਲ ਕੀਤਾ ਅਤੇ ਮੇਰਾ ਬੰਦਾ ਜਿੱਤ ਕੇ ਕਾਊਂਸਲ ਦੇ ਵਿੱਚ ਆਇਆ, ਉਹ ਬੱਚਿਆਂ ਦੀ ਉਸੇ ਤਰੀਕੇ ਨਾਲ ਸੇਵਾ ਕਰ ਰਿਹਾ ਜਿਸ ਤਰੀਕੇ ਨਾਲ ਮੈਂ ਬੱਚਿਆਂ ਦੀ ਸੇਵਾ ਕੀਤੀ। ਕੱਲ੍ਹ ਨੂੰ ਅਗਰ ਦੇਸ਼ ਮੰਗੂਗਾ, ਜਿੱਥੇ ਮੰਗੂਗਾ, ਜੇ ਜਾਨ ਵੀ ਮੰਗੂਗਾ, ਮੈਂ ਜਾਨ ਤੱਕ ਵਾਰਨ ਨੂੰ ਤਿਆਰ ਹਾਂ। ਰਾਜਨੀਤੀ ਦਾ ਬਹੁਤ ਛੋਟੀ ਗੱਲ ਹੈ ਇਸ ਮੂਹਰੇ। ਤਾਂ ਇਹ ਸਨ ਸਾਡੇ ਨਾਲ NSUA ਦੇ ਉਹ ਮੈਂਬਰਸ ਜਿਨ੍ਹਾਂ ਨੂੰ ਪਾਰਟੀ ਨੇ ਸਸਪੈਂਡ ਕੀਤਾ। ਤੇ ਹੋਰ ਜਾਣਕਾਰੀ ਲਈ ਦੇਖਦੇ ਰਹੋ। ਦਿਸ ਵਾਸ ਕਮਲਦੀਪ ਸਿੰਘ ਵਿਦ ਕੈਮਰਾਮੈਨ ਸੌਰਵ ਕੰਸਲ ਸਾਈਨਿੰਗ ਆਫ।